ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਖਬਰ ਪੜਤਾਲ ਦੇ ਵਿੱਚ। ਸੋ ਪੰਜਾਬ ਅਤੇ ਦੇਸ਼ ਭਰ ਦੀਆਂ ਖਾਸ ਖਬਰਾਂ ਤੇ ਚਰਚਾ ਕਰਨ ਲਈ ਅਸੀਂ ਹਾਜ਼ਰ ਹਾਂ ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ ਧੰਨਵਾਦ ਜੀ। ਖਾਸ ਖਬਰਾਂ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਜਦੋਂ ਸੁਖਪਾਲ ਖਹਿਰਾ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਆਏ ਤਾਂ ਕਈ ਗੱਲਾਂ ਜੋ ਹੈ ਪ੍ਰੈਸ ਦੇ ਨਾਲ ਸਾਂਝੀਆਂ ਕਰਦੇ ਨਜ਼ਰ ਆਏ ਨੇ। ਸੋ ਉਹਨਾਂ ਨੇ ਜੋ ਹੈ ਉਹਨਾਂ ਦੀ ਰਿਹਾਈ ਦੇ ਲਈ ਸਰਕਾਰ ਨੂੰ ਅਪੀਲ ਕਰਦੇ ਵੀ ਨਜ਼ਰ ਆਏ ਨੇ। ਉਸ ਉੱਪਰ ਪੂਰੀ ਜਾਣਕਾਰੀ ਲਵਾਂਗੇ। ਕਈ ਸਵਾਲ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਤੇ ਖੜੇ ਕੀਤੇ ਨੇ ਉਹਨਾਂ ਨੇ। ਉਸ ਤੋਂ ਬਾਅਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਵੀ ਇਤਰਾਜ਼ ਜਤਾਇਆ ਹੈ। ਕਿਉਂ ਇਤਰਾਜ਼ ਜਤਾਇਆ ਉਸ ਉੱਪਰ ਖੁੱਲ ਕੇ ਚਰਚਾ ਕਰਾਂਗੇ ਤੇ ਨਾਲ ਦੀ ਨਾਲ ਅਗਨੀਪਥ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਤਾਂ ਇਤਰਾਜ਼ ਜਤਾਇਆ। ਸੀਐਮ ਮਾਨ ਦਾ ਵੀ ਬਿਆਨ ਆਇਆ ਤੇ ਨਾਲ ਦੀ ਨਾਲ ਉਸ ਦੇ ਵਿੱਚ ਜੋ ਹੱਦ ਵਧਾ ਦਿੱਤੀ ਗਈ ਹੈ ਉਮਰ ਦੀ, ਉਸ ਦੇ ਉੱਪਰ ਵੀ ਚਰਚਾ ਕਰਾਂਗੇ। ਸਰਕਾਰ ਨੂੰ ਇਹ ਫੈਸਲਾ ਕਿਉਂ ਕਰਨਾ ਪਿਆ। ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਜੋ ਸੁਖਪਾਲ ਖਹਿਰਾ ਦੀ ਮੁਲਾਕਾਤ ਹੋਈ ਨਵਜੋਤ ਸਿੰਘ ਸਿੱਧੂ ਦੇ ਨਾਲ, ਉਸ ਤੋਂ ਬਾਅਦ ਪ੍ਰੈਸ ਦੇ ਨਾਲ ਮਿਲਦੇ ਨੇ, ਗੱਲਬਾਤ ਕਰਦੇ ਨੇ ਤੇ ਕਹਿੰਦੇ ਨੇ ਕਿ ਸਰਕਾਰ ਨੂੰ ਕਦਮ ਚੱਕਣਾ ਚਾਹੀਦਾ ਹੈ ਨਵਜੋਤ ਸਿੰਘ ਸਿੱਧੂ ਨੂੰ ਰਿਹਾਈ ਦੇ ਲਈ। ਉਹ ਜਲਦੀ ਹੀ ਰਿਵਿਊ ਪਟੀਸ਼ਨ ਵੀ ਪਾਣਗੇ। ਹਰਜੋਤ ਜੀ, ਸੁਖਪਾਲ ਖਹਿਰਾ ਜਦੋਂ ਕੱਲ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਕੇ ਆਏ, ਉਹਨਾਂ ਦੇ ਨਾਲ ਦੋ ਬੜੇ ਸੀਨੀਅਰ ਲੀਡਰ ਵੀ ਮੁਲਾਕਾਤ ਕਰਕੇ ਆਏ ਨੇ। ਅਸ਼ਵਨੀ ਸੇਖੜੀ ਮੁਲਾਕਾਤ ਕਰਕੇ ਆਏ ਨੇ, ਸੁਨੀਲ ਦੱਤੀ ਮੁਲਾਕਾਤ ਕਰਕੇ ਆਏ ਨੇ, ਜਿਹੜੇ ਐਕਸ ਐਮਐਲਏ ਨੇ। ਅਸ਼ਵਨੀ ਸੇਖੜੀ ਵੀ ਐਕਸ ਐਮਐਲਏ ਨੇ। ਇਹਨਾਂ ਸਾਰਿਆਂ ਦਾ ਚੰਗਾ ਜਿਹੜਾ ਹੈਗਾ ਬੈਕਗਰਾਊਂਡ ਰਿਹਾ ਲੋਕਾਂ ਦੇ ਵਿੱਚ ਵਿਚਰਨ ਦੇ ਨਜ਼ਰੀਏ ਤੋਂ। ਸੁਖਪਾਲ ਖਹਿਰਾ ਵੀ ਪੰਜਾਬ ਦੇ ਮੁੱਦਿਆਂ ਨੂੰ ਬੜੀ ਬੇਬਾਕੀ ਦੇ ਨਾਲ ਚੱਕਦੇ ਨੇ। ਔਰ ਕੱਲ ਜਿਹੜੀ ਗੱਲ ਕੀਤੀ ਸੁਖਪਾਲ ਖਹਿਰਾ ਨੇ ਉਹਨਾਂ ਦੇ ਨਾਲ ਮੁਲਾਕਾਤ ਤੋਂ ਬਾਅਦ, ਮੈਨੂੰ ਲੱਗਦਾ ਕਿ ਇਹ ਸੁਖਪਾਲ ਖਹਿਰਾ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਸੀ ਇਹ ਉਹਨਾਂ ਦਾ ਪ੍ਰਗਟਾਵਾ ਹੈ। ਔਰ ਜਿਵੇਂ ਹੈਰਾਨ ਹੋਏ ਆਪਣੇ ਸੁਖਪਾਲ ਖਹਿਰਾ, ਕਿਉਂਕਿ ਪੰਜਾਬ 'ਚ ਵੀ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਜਿਹੜੀ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਹੈ ਇਹ ਧਾਰਾ 304 ਦੇ ਤਹਿਤ ਸੁਣਾਈ ਗਈ ਹੈ। ਧਾਰਾ 304 ਇਹ ਧਾਰਾਵਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਇਹ ਗੈਰ ਇਰਾਦਤਨ ਕਤਲ ਵਰਗੀਆਂ ਧਾਰਾਵਾਂ ਨੇ ਇਹ ਸਾਰੀਆਂ, ਕਿਉਂਕਿ ਐਗਜ਼ੈਕਟ ਤਾਂ ਜਿਹੜਾ ਹੈਗਾ ਕਾਨੂੰਨ ਦਾ ਨਹੀਂ ਕੋਈ ਇਹਦੀ ਵਿਆਖਿਆ ਕਰ ਸਕਦਾ। ਪਰ ਸੁਖਪਾਲ ਖਹਿਰਾ ਨੇ ਅੱਜ ਦੱਸਿਆ ਕਿ ਜਿਹੜੇ ਵਾਰੰਟ ਆਏ ਨੇ ਜੇਲ੍ਹ ਦੇ ਵਿੱਚ, ਕਿਉਂਕਿ ਉਹ ਮੁਲਾਕਾਤ ਕਰਕੇ ਆਏ ਨੇ ਨਵਜੋਤ ਸਿੰਘ ਸਿੱਧੂ ਨਾਲ, ਉਹ ਕਹਿੰਦੇ 323 ਦੇ ਤਹਿਤ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ, ਧਾਰਾ 323। ਹੁਣ ਇਸ ਨਜ਼ਰੀਏ ਦੇ ਨਾਲ ਸੁਖਪਾਲ ਖਹਿਰਾ ਨੇ ਆਪਣਾ ਪੱਖ ਰੱਖਿਆ ਕਿ ਸੁਖਪਾਲ ਖਹਿਰਾ ਕਹਿੰਦੇ ਕਿ ਸ਼ਾਇਦ ਹੀ 323 ਦੇ ਮਾਮਲੇ ਦੇ ਵਿੱਚ ਅਸੀਂ ਸੁਣਿਆ ਹੋਵੇ ਕਿ ਕਿਸੇ ਨੂੰ ਕੁਰੇਟਿਵ ਪਟੀਸ਼ਨ ਦੇ ਵਿੱਚ ਜਾਂ ਇਸ ਮਾਮਲੇ ਦੇ ਵਿੱਚ 1 ਸਾਲ ਦੀ ਸਜ਼ਾ ਸੁਣਾਈ ਗਈ ਹੋਵੇ। ਇਹ ਐਕਸੈਪਸ਼ਨਲ ਕੇਸ ਆਪਣੇ ਆਪ ਦੇ ਵਿੱਚ ਹੋ ਸਕਦਾ ਹੈ। ਹਾਲਾਂਕਿ ਸਾਰੇ ਸਾਡੀ ਸੁਪਰੀਮ ਕੋਰਟ ਦਾ ਸਵਾਗਤ ਕਰਦੇ ਨੇ। ਸੁਪਰੀਮ ਕੋਰਟ ਦੇ ਫੈਸਲੇ ਦਾ ਤਾਂ ਨਵਜੋਤ ਸਿੰਘ ਸਿੱਧੂ ਨੇ ਵੀ ਸਵਾਗਤ ਕਰ ਲਿਆ। ਉਹ ਕਹਿੰਦੇ ਮੈਂ ਤਿਆਰ ਹਾਂ, ਸਜ਼ਾ ਭੁਗਤ ਰਹੇ ਨੇ। ਉਹ ਤਾਂ ਚਲੇ ਗਏ ਸੀ ਫੈਸਲੇ ਤੋਂ ਅਗਲੇ ਦਿਨ ਹੀ, ਤਾਂ ਉਹਨਾਂ ਨੇ ਤਾਂ ਆਪਣੇ ਆਪ ਨੂੰ ਸਰੈਂਡਰ ਕਰਤਾ। ਉਹ ਤਾਂ ਪਹਿਲੇ ਦਿਨ ਹੀ ਸਰੈਂਡਰ ਕਰਨਾ ਚਾਹ ਰਹੇ ਸੀ। ਹੁਣ ਸੁਖਪਾਲ ਖਹਿਰਾ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਕੰਟਰੀਬਿਊਸ਼ਨ ਦੇਖਣੀ ਚਾਹੀਦੀ ਹੈ। ਉਹਨਾਂ ਦੀਆਂ ਭਾਵਨਾਵਾਂ ਇਹਦੇ 'ਚ ਸਾਹਮਣੇ ਆਈਆਂ ਨੇ ਸੁਖਪਾਲ ਖਹਿਰਾ ਦੀਆਂ। ਕਹਿੰਦੇ ਨਵਜੋਤ ਸਿੰਘ ਸਿੱਧੂ ਦੇਸ਼ ਦੇ ਕਿੱਡੇ ਵੱਡੇ ਕਰੈਕਟਰ ਰਹੇ, ਦੁਨੀਆ ਭਰ 'ਚ ਉਹਨਾਂ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ। ਫਿਰ ਉਹਨਾਂ ਨੇ ਪੱਗ ਤੇ ਹੱਥ ਲਾ ਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਸਾਡੀ ਪੱਗ ਲਈ ਵੀ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਯਤਨ ਨੇ ਸਾਨੂੰ ਯਾਦ ਰੱਖਣੇ ਚਾਹੀਦੇ ਨੇ। ਖਿਡਾਰੀ ਦੇ ਤੌਰ ਤੇ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁਲਵਾਉਣ 'ਚ ਉਹਨਾਂ ਦੀ ਭੂਮਿਕਾ ਦੇ ਤੌਰ ਤੇ ਵੀ ਉਹਨਾਂ ਨੇ ਜ਼ਿਕਰ ਤਾਂ ਨਹੀਂ ਕੀਤਾ, ਪਰ ਲੋਕ ਇਹ ਸਾਰੀਆਂ ਚੀਜ਼ਾਂ ਮੰਨਦੇ ਨੇ ਨਾਲ। ਹੁਣ ਉਹ ਕਹਿੰਦੇ ਕਿ ਇਤਿਹਾਸ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਤਰੀਕੇ ਦੇ ਹਾਦਸੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਹੈ 323 ਦੇ, ਤੇ ਇਹ ਇੱਕ ਐਕਸੈਪਸ਼ਨਲ ਕੇਸ ਤਾਂ ਹੈ ਹੀ ਹੈ। ਉਹ ਕਹਿੰਦੇ ਕਿ ਮੈਂ ਚਾਹੁੰਦਾ, ਮੇਰੀ ਗੁਜ਼ਾਰਿਸ਼ ਹੈ, ਮਰਜ਼ੀ ਸਰਕਾਰ ਦੀ ਹੈ, ਸਰਕਾਰ ਅਗਰ ਚਾਹਵੇ ਤੇ ਉਹਨਾਂ ਦੀ ਸਜ਼ਾ ਮਾਫ ਕਰ ਸਕਦੀ ਹੈ ਇੱਕ ਆਰਡਰ ਪਾਸ ਕਰਕੇ। ਸਰਕਾਰ ਕੋਲੇ ਤਾਕਤਾਂ ਨੇ। ਉਹ ਕਹਿੰਦੇ ਮੈਂ ਇਸ ਕਰਕੇ ਕਹਿ ਰਿਹਾ ਕਿ ਪੁਰਾਣੇ ਸਮਿਆਂ 'ਚ ਅਸੀਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਤੇ ਬਹੁਤ ਵੱਡੇ ਵੱਡੇ ਕ੍ਰਿਮੀਨਲ ਅਫੈਂਸ ਸੀ, ਉਹਨਾਂ ਦੀਆਂ ਸਜ਼ਾਵਾਂ ਵਕਤ ਤੋਂ ਪਹਿਲਾਂ ਹੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ, ਸਜ਼ਾਵਾਂ ਅੱਧੀਆਂ ਪਚੱਧੀਆਂ ਮਾਫ ਵੀ ਕਰ ਦਿੱਤੀਆਂ ਗਈਆਂ। ਉਹ ਉਸ ਸੰਦਰਭ 'ਚ ਬੋਲ ਰਹੇ ਸੀ। ਤੁਸੀਂ ਦੇਖੋ ਇਤਿਹਾਸ ਹੈ, ਪਿਛਲੇ ਸਮਿਆਂ 'ਚ ਬਹੁਤ ਸਾਰੇ ਅਜਿਹੇ ਲੋਕਾਂ ਦੀਆਂ ਸਜ਼ਾਵਾਂ ਮਾਫ ਹੋਈਆਂ ਜਿਹੜੇ ਬਹੁਤ ਹੀਨੀਅਸ ਕ੍ਰਾਈਮ 'ਚ ਇਨਵੋਲਵ ਰਹੇ ਨੇ। ਸੋ ਆਪਣੀਆਂ ਭਾਵਨਾਵਾਂ ਦਾ
ਪ੍ਰਗਟਾਵਾ ਕੀਤਾ ਸੁਖਪਾਲ ਖਹਿਰਾ ਨੇ। ਉਹ ਕਹਿੰਦੇ ਕਿ ਮੈਂ ਇਹ ਨਹੀਂ ਕਹਿੰਦਾ ਵੀ ਇਕੱਲੇ ਨਵਜੋਤ ਸਿੰਘ ਸਿੱਧੂ, ਉਹ ਕਹਿੰਦੇ ਸਰਕਾਰ ਆਧਾਰ ਬਣਾ ਲੇ ਵੀ 323 ਦੇ ਤਹਿਤ ਜਿਹਨੂੰ ਵੀ, ਕਿਉਂਕਿ 323 ਨੂੰ ਕਹਿ ਰਹੇ ਨੇ ਕਿ ਇੱਕ ਬਹੁਤ ਜਿਹੜਾ ਹੈਗਾ ਇਹ ਬਹੁਤ ਵੱਡਾ ਕ੍ਰਿਮੀਨਲ ਅਫੈਂਸ ਨਹੀਂ ਹੈ। ਚਲੋ ਕਾਨੂੰਨ ਦੀ ਨਜ਼ਰ 'ਚ, ਕਿਉਂਕਿ ਇਹ ਕਈ ਤਰ੍ਹਾਂ ਦੀਆਂ ਵਿਆਖਿਆਵਾਂ ਹੁੰਦੀਆਂ ਕਾਨੂੰਨ ਦੇ ਵਿੱਚ, ਹੋ ਸਕਦਾ ਮੈਂ ਉਸ ਤਰ੍ਹਾਂ ਵਿਆਖਿਆ ਨਾ ਕਰ ਸਕਾਂ। ਕਈ ਕ੍ਰਾਈਮ ਹੁੰਦੇ ਨੇ, ਕਈ ਹੀਨੀਅਸ ਕ੍ਰਾਈਮ ਹੁੰਦੇ ਨੇ, ਕਈਆਂ ਨੂੰ ਕਿਹਾ ਜਾਂਦਾ ਹੈ ਰੇਅਰੈਸਟ ਆਫ ਦਾ ਰੇਅਰੈਸਟ ਹੈ। ਜਿਵੇਂ ਦਿੱਲੀ ਦੇ ਵਿੱਚ ਇੱਕ ਕੁੜੀ ਦੇ ਨਾਲ, ਸਾਡੀ ਬੱਚੀ ਦੇ ਨਾਲ ਜੋ ਕੁਝ ਵਾਪਰਿਆ ਸੀ, ਉਸ ਮਾਮਲੇ 'ਚ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ ਉਹ ਬੜਾ ਰੇਅਰੈਸਟ ਕ੍ਰਾਈਮ ਸੀ। ਸੋ ਉਹ ਇਸ ਤਰੀਕੇ ਨਾਲ ਵਿਆਖਿਆ ਕਰ ਰਹੇ ਸੀ ਕਿ 323 ਦੇ ਤਹਿਤ ਪੰਜਾਬ 'ਚ 25-26 ਹਜ਼ਾਰ ਜਿਹੜੇ ਕੈਦੀ ਨੇ, 323 'ਚ ਸਭ ਦੀ ਸਜ਼ਾ ਜਿਹੜੀ ਹੈ ਸਰਕਾਰ ਰਿਮਿਟ ਕਰ ਦੇ, ਤੇ ਉਹਦੇ 'ਚ ਹੋਰ ਕੋਈ ਨਹੀਂ ਨਿਕਲਣਾ, ਗੱਲਾਂ ਨਵਜੋਤ ਸਿੰਘ ਸਿੱਧੂ ਹੀ ਰਹਿ ਜਾਣਾ ਹੈ। ਉਹਨਾਂ ਦਾ ਕਹਿਣ ਦਾ ਮਤਲਬ ਸੀ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਉਹਦੀ ਕੰਟਰੀਬਿਊਸ਼ਨ ਹੈ ਉਹਦੇ ਮੱਦੇਨਜ਼ਰ ਸਰਕਾਰ ਨੂੰ ਲੀਨੀਅੰਟ ਪੱਖ ਰੱਖਣਾ ਚਾਹੀਦਾ ਹੈ। ਇਹ ਸੁਖਪਾਲ ਖਹਿਰਾ ਉਹਨਾਂ ਦੀ ਭਾਵਨਾ ਸੀ ਉਹਨਾਂ ਦੀ। ਹਾਲਾਂਕਿ ਹਰ ਵਿਅਕਤੀ ਡੈਮੋਕ੍ਰੇਸੀ 'ਚ ਆਪਣੀ ਭਾਵਨਾ ਰੱਖ ਸਕਦਾ ਹੈ। ਬਾਕੀ ਨਵਜੋਤ ਸਿੰਘ ਸਿੱਧੂ ਤਾਂ ਜੇਲ੍ਹ ਭੁਗਤ ਹੀ ਰਹੇ ਨੇ, ਉਹ ਤਾਂ ਸਜ਼ਾ ਕੱਟਣ ਜੇਲ੍ਹ 'ਚ ਚਲੇ ਗਏ ਨੇ। ਇੱਕ ਪੱਖ ਹੋਰ ਉਹਨਾਂ ਨੇ ਦੱਸਿਆ, ਉਹ ਕਹਿੰਦੇ ਵੀ ਜਦੋਂ, ਕਿਉਂਕਿ ਅੱਜ ਕੱਲ੍ਹ ਸੁਪਰੀਮ ਕੋਰਟ ਦੇ ਵਿੱਚ ਵੀ ਸ਼ਾਇਦ ਛੁੱਟੀਆਂ ਨੇ, ਤੇ ਉਹ ਕਹਿੰਦੇ ਨੇ ਕਿ ਅਸੀਂ ਛੁੱਟੀਆਂ ਤੋਂ ਬਾਅਦ ਜਿਹੜੇ ਲਾਇਰਸ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ, ਉਹ ਕਿਊਰੇਟਿਵ ਪਟੀਸ਼ਨ ਫਾਈਲ ਕਰ ਸਕਦੇ ਨੇ ਸੁਪਰੀਮ ਕੋਰਟ ਦੇ ਵਿੱਚ, ਤਾਂ ਕਿ ਸੁਪਰੀਮ ਕੋਰਟ ਅੱਗੇ ਇਹ ਚੀਜ਼ ਸਬਮਿਟ ਕੀਤੀ ਜਾ ਸਕੇ ਕਿ 323 'ਚ ਜਿਹਾ ਕਦੀ ਨਹੀਂ ਹੋਇਆ ਜਿਹੜਾ ਹੁਣ ਹੋਇਆ, ਜਾਂ ਕਿਤੇ ਕੋਈ ਰੇਅਰੈਸਟ ਕੇਸ 'ਚ ਹੋਇਆ ਹੋਵੇ ਤੇ ਉਹਦੀ ਖੋਜ ਹੋ ਰਹੀ ਹੈ ਵੀ ਉਹ ਕਿਹੜਾ ਕੇਸ ਸੀ। ਸੋ ਇਸ ਕਰਕੇ ਇਹ ਦੱਸਿਆ ਸੁਖਪਾਲ ਖਹਿਰਾ ਨੇ ਕਿ ਜਿਹੜਾ ਲੀਗਲ ਰੈਮੇਡੀ ਹੈ ਉਹ ਹਰ ਕਿਸੇ ਦਾ ਸੰਵਿਧਾਨਿਕ ਹੱਕ ਹੈ, ਕਨਸਟੀਟਿਊਸ਼ਨਲ ਹੱਕ ਹੈ, ਸੋ ਉਹਦੀ ਵਰਤੋਂ ਵੀ ਕਰ ਸਕਦੇ ਨੇ। ਬਾਕੀ ਉਹ ਸਜ਼ਾ ਪੂਰੀ ਕਰ ਰਹੇ ਨੇ ਤੇ ਬਾਕੀ ਤਾਂ ਹੁਣ ਆਉਣ ਵਾਲੇ ਸਮੇਂ ਜੋ ਰੁਖ ਹੋਏਗਾ। ਹਾਲਾਂਕਿ ਮੈਨੂੰ ਇਹ ਵੀ ਖਦਸ਼ਾ ਹੈ ਕਿ ਸੁਖਪਾਲ ਖਹਿਰਾ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ ਇਹਦੇ ਤੇ ਕੋਈ ਨਾ ਕੋਈ ਵਿਰੋਧੀ ਨੇ ਜਿਹੜੇ ਉਹ ਵੀ ਆਪਣਾ ਬਿਆਨ ਦੇ ਸਕਦੇ ਨੇ, ਇਹਦੇ ਤੇ ਸਿਆਸਤ ਵੀ ਹੋ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਅਗਰ ਇਹਦੇ ਤੇ ਸਿਆਸਤ ਹੁੰਦੀ ਹੈ ਹਰਜੋਤ ਜੀ, ਇਹ ਸਿਹਤਮੰਦ ਸਿਆਸਤ ਹੋਊਗੀ। ਦੇਖੋ ਵਿਧਾਨ ਸਭਾਵਾਂ ਔਰ ਸਾਡੀ ਪਾਰਲੀਮੈਂਟ, ਵਿਧਾਨ ਸਭਾਵਾਂ ਔਰ ਪਾਰਲੀਮੈਂਟ ਇਹੀ ਕਾਨੂੰਨ ਬਣਾਉਂਦੇ ਨੇ। ਸੋ ਇਸ ਕਰਕੇ ਇਹਦੇ ਕੋਈ ਦੋ ਰਾਏ ਨਹੀਂ ਹੈ। ਅਗਰ ਅਜਿਹੇ ਮਾਮਲਿਆਂ ਦੇ ਵਿੱਚ ਡਿਬੇਟ ਵੀ ਹੋਵੇ, ਬਹਿਸ ਵੀ ਹੋਵੇ, ਤੇ ਉਹਦੇ ਚੋਂ ਕੋਈ ਚੰਗੀ ਚੀਜ਼ ਹੀ ਜਿਹੜੀ ਹੈ ਉਹ ਸਾਰੇ ਲੋਕਾਂ ਦੇ ਸਾਹਮਣੇ ਆਏਗੀ। ਜੀ ਹਰਜੋਤ ਜੀ। ਜੀ ਬਿਲਕੁਲ। ਸੋ ਡੱਲਾ ਜੀ, ਜਦੋਂ ਸੁਖਪਾਲ ਖਹਿਰਾ ਪ੍ਰੈਸ ਦੇ ਨਾਲ ਵੀ ਗੱਲਬਾਤ ਕਰ ਰਹੇ ਸੀ ਨਵਜੋਤ ਸਿੰਘ ਸਿੱਧੂ ਉੱਪਰ, ਤਾਂ ਉਹਨਾਂ ਨੇ ਆਪਣੀ ਭਾਵਨਾਵਾਂ ਜੋ ਹੈ ਵਿਅਕਤ ਕੀਤੀ ਹੈ, ਪਰ ਨਾਲ ਦੇ ਨਾਲ ਉਹ ਹੋਰ ਵੀ ਕਈ ਮੁੱਦਿਆਂ ਤੇ ਬੋਲਦੇ ਨਜ਼ਰ ਆਏ। ਚਾਹੇ ਕਿ ਅਸੀਂ ਭਗਵੰਤ ਮਾਨ ਦੇ ਰੋਡ ਸ਼ੋਅ ਦੀ ਗੱਲ ਕਰ ਲਈਏ, ਤੇ ਉਹਨਾਂ ਨੇ ਫਲॉप ਸ਼ੋਅ ਉਹਨੂੰ ਕਰਾਰ ਦਿੱਤਾ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਸਰਕਾਰ ਦਾ 3 ਮਹੀਨਿਆਂ ਦਾ ਗ੍ਰਾਫ ਬੁਰੀ ਤਰ੍ਹਾਂ ਨਾਲ ਹੇਠਾਂ ਡਿੱਗਿਆ ਹੈ। ਗੈਂਗਸਟਰਸ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਰੋਜ਼ਗਾਰ ਦੀ ਕਮੀ ਕਰਕੇ ਅਜਿਹੇ ਹਾਲਾਤ ਜੋ ਹੈ ਪੰਜਾਬ ਦੇ ਵਿੱਚ ਬਣ ਜਾਂਦੇ ਨੇ, ਤੇ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਕਾਰਵਾਈ ਢਿੱਲੀ ਹੈ। ਕਿਵੇਂ ਦੇਖਦੇ ਹੋ ਉਹਨਾਂ ਦੀ ਸਰਕਾਰ ਨੂੰ ਲੈ ਕੇ ਜੋ ਉਹਨਾਂ ਨੇ ਗੱਲਾਂ ਕੀਤੀਆਂ? ਕਿਉਂਕਿ ਅਸੀਂ ਅਗਰ ਆਉਣ ਵਾਲੀ ਹੁਣ ਚੋਣਾਂ ਦੀ ਬਾਰ-ਬਾਰ ਗੱਲ ਕਰਦੇ ਹਾਂ, ਸੰਗਰੂਰ ਜ਼ਿਮਨੀ ਚੋਣਾਂ ਦੀ ਗੱਲ ਕਰਦੇ ਹਾਂ, ਤਾਂ ਆਮ ਆਦਮੀ ਪਾਰਟੀ ਵੱਲੋਂ ਜਿੰਨੀ ਮਰਜ਼ੀ ਆਪਣੀ ਪਕੜ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹੀ ਸਵਾਲ ਪੰਜਾਬ ਦੀ ਜਨਤਾ ਵੀ ਪੰਜਾਬ ਦੀ ਸਰਕਾਰ ਨੂੰ ਜ਼ਰੂਰ ਕਰ ਰਹੀ ਹੈ। ਅਸਲ 'ਚ ਦੋਨੇ ਪੁਰਾਣੇ ਦੋਸਤ ਰਹੇ ਨੇ, ਸੁਖਪਾਲ ਖਹਿਰਾ, ਭਗਵੰਤ ਮਾਨ ਇੱਕੋ ਪਾਰਟੀ 'ਚ ਰਹੇ ਨੇ, ਪੁਰਾਣੇ ਦੋਸਤ ਰਹੇ ਨੇ, ਪੋਲੀਟੀਕਲ ਦੋਸਤ ਕਹਿ ਲਓ। ਤੇ ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਲੀਡਰ ਰਹੇ ਨੇ ਔਰ ਭਗਵੰਤ ਮਾਨ ਸਾਨੂੰ ਪਤਾ ਹੈ ਪ੍ਰਧਾਨ ਰਹੇ ਨੇ। ਔਰ ਹੁਣ ਭਗਵੰਤ ਮਾਨ ਮੁੱਖ ਮੰਤਰੀ ਬਣ ਗਏ ਤੇ ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਲੀਡਰ ਨਹੀਂ ਰਹੇ, ਲੇਕਿਨ ਵਿਧਾਇਕ ਬਣ ਕੇ ਆ ਗਏ ਆਪਣੀ ਪਾਰਟੀ ਤੋਂ। ਸੋ ਇਸ ਕਰਕੇ ਸਿਆਸੀ ਮੁੱਦਿਆਂ ਤੇ ਵਖਰੇਵਾਂ ਵੀ ਹੈ। ਹੁਣ ਭਗਵੰਤ ਮਾਨ ਹਰ ਜਗ੍ਹਾ ਕਹਿ ਰਹੇ ਨੇ ਕਿ ਗੈਂਗਸਟਰ ਕਾਂਗਰਸੀਆਂ ਤੇ ਅਕਾਲੀਆਂ ਦੀ ਦੇਣ ਨੇ, ਤੇ ਮੈਂ ਉਹਨਾਂ ਦਾ ਸਫਾਇਆ ਕਰਾਂਗਾ। ਗੱਲ ਤਾਂ ਕਿਸੇ ਹੱਦ ਤੱਕ ਭਗਵੰਤ ਮਾਨ ਵੀ ਠੀਕ ਕਹਿ ਰਹੇ ਨੇ, ਕਿਉਂਕਿ ਗੈਂਗਸਟਰਵਾਦ ਪੈਦਾ ਤਾਂ ਅਕਾਲੀਆਂ, ਕਾਂਗਰਸੀਆਂ, ਬੀਜੇਪੀ ਇਹਨਾਂ ਦੇ ਰਾਜ 'ਚ ਹੋਇਆ ਜੀ। ਆਮ ਆਦਮੀ ਪਾਰਟੀ ਨੂੰ ਤਾਂ ਸੱਤਾ 'ਚ ਆਉਣ ਦਾ ਮੌਕਾ ਹੀ 3 ਸਾਲਾਂ 'ਚ ਮਿਲਿਆ। ਇਸ ਕਰਕੇ ਆਮ ਆਦਮੀ ਪਾਰਟੀ ਦਾ 3 ਮਹੀਨੇ ਪਹਿਲਾਂ ਸੱਤਾ 'ਚ ਆਉਣ ਦਾ ਮੌਕਾ ਮਿਲਿਆ। ਇਸ ਕਰਕੇ ਆਮ ਆਦਮੀ ਪਾਰਟੀ ਤੇ 3 ਮਹੀਨੇ ਪੁਰਾਣੇ ਕਿਸੇ ਚੀਜ਼ ਲਈ ਇਲਜ਼ਾਮ ਤਾਂ ਲਾਇਆ ਹੀ ਨਹੀਂ ਜਾ ਸਕਦਾ ਜੀ। ਪਰ ਕਿਉਂਕਿ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ 75 ਸਾਲ ਕੁਝ ਨਹੀਂ ਹੋਇਆ, ਜੋ ਕੁਝ ਹੋਇਆ 3 ਮਹੀਨਿਆਂ 'ਚ ਹੀ ਹੋ ਰਿਹਾ। ਉੱਥੇ ਫਿਰ ਕਈ ਲੋਕ ਨੇ ਜਿਹੜੇ ਉਹਨਾਂ ਦੇ ਸੁਰ ਤਿੱਖੇ ਹੋ ਜਾਂਦੇ ਨੇ। ਇਹ ਗੱਲ ਤਾਂ ਸਮਝ ਆਉਂਦੀ ਹੈ ਕਿ ਗੈਂਗਸਟਰ ਅਕਾਲੀਆਂ, ਕਾਂਗਰਸੀਆਂ ਦੇ ਰਾਜ 'ਚ ਪੈਦਾ ਹੋਏ।   ਸੋ ਇਸ ਕਰਕੇ ਜਿਹੜੇ ਪੋਲੀਟੀਕਲ ਲੀਡਰ ਨੇ ਨਾ, ਮੋਦੀ ਸਾਹਿਬ ਵੀ ਐਂ ਕਹਿੰਦੇ ਸੀ ਵੀ 3 ਮਹੀਨੇ 'ਚ 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 3 ਮਹੀ
ਜੋ ਕੁਝ 70 ਸਾਲਾਂ 'ਚ ਨਹੀਂ ਹੋਇਆ ਉਹ ਅਸੀਂ ਕਰਤਾ। ਤੁਸੀਂ ਵਰਤ ਵੀ ਉਹੀ ਚੀਜ਼ਾਂ ਰਹੇ ਹੋ, ਜਹਾਜ਼ ਵੀ 70 ਸਾਲਾਂ ਵਾਲਿਆਂ ਦੇ ਵਰਤ ਰਹੇ ਹੋ। ਉਹਨਾਂ ਹਾਲਾਂਕਿ ਉਹ ਉਹਨਾਂ ਦੇ ਨਿੱਜੀ ਨਹੀਂ, ਇਹ ਸਾਰਾ ਕੁਝ ਜੋ 70 ਸਾਲਾਂ 'ਚ ਵਾਪਰਿਆ ਜਾਂ ਹੋਇਆ ਜਾਂ ਡਿਵੈਲਪਮੈਂਟ ਹੋਈ, ਉਹ ਸਾਡੇ ਲੋਕਾਂ ਦੇ ਪੈਸੇ ਨਾਲ ਹੀ ਆ, ਉਹ ਸਾਡੇ ਭਾਰਤ ਦਾ ਹੀ ਹੈ। ਬਿਲਕੁਲ। ਜਿਹੜੇ ਵਿਰੋਧ ਕਰਨ ਵਾਲੇ ਆ ਉਹਨਾਂ ਦਾ ਵੀ ਹੈ, ਜਿਹੜੇ ਅੱਜ ਕਹਿੰਦੇ ਆ ਨਾ ਵੀ 70 ਸਾਲਾਂ 'ਚ ਕੁਝ ਨਹੀਂ ਹੋਇਆ। ਜੋ ਕੁਝ 70 ਸਾਲਾਂ 'ਚ ਹੋਇਆ ਹੈ ਉਹਦੇ ਹੋਣ 'ਚ ਉਹਨਾਂ ਦਾ ਵੀ ਯੋਗਦਾਨ ਹੈ ਆਪਣਾ, ਉਹ ਆਪਣਾ ਯੋਗਦਾਨ ਭੁੱਲੀ ਬੈਠੇ ਆ। ਭਗਵੰਤ ਮਾਨ ਜੀ ਵੀ ਟੈਕਸ ਦਿੰਦੇ ਹੋਣਗੇ, ਆ 3 ਮਹੀਨੇ ਤੋਂ ਪਹਿਲਾਂ ਵੀ ਭਗਵੰਤ ਮਾਨ ਜੀ ਟੈਕਸ ਦਿੰਦੇ ਹੋਣਗੇ, ਉਹ 70 ਸਾਲਾਂ 'ਚ ਟੈਕਸ ਦਿੰਦੇ ਰਹੇ ਆ ਭਗਵੰਤ ਮਾਨ ਜੀ। ਹੁਣ ਸੁਖਪਾਲ ਖਹਿਰਾ ਨੇ ਇੱਕ ਗੱਲ ਕਹੀ, ਉਹ ਕਹਿੰਦੇ ਕਾਰਨ ਲੱਭੀਏ ਕਿ ਗੈਂਗਸਟਰ ਕਿਉਂ ਪੈਦਾ ਹੁੰਦੇ ਨੇ। ਦੇਖੋ ਇਹ ਵੀ ਸਵਾਲ ਬਹੁਤ ਵੱਡਾ ਹੈ। ਸਾਡੀ ਸੁਸਾਇਟੀ 'ਚ ਗੈਂਗਸਟਰਵਾਦ ਪੈਦਾ ਹੋਣਾ, ਉਹਦੇ ਲਈ ਗੈਂਗਸਟਰਾਂ ਦਾ ਪੈਦਾ ਹੋਣਾ ਕਿਤੇ ਨਾ ਕਿਤੇ ਇਹ ਵੀ ਇੱਕ ਸਮੱਸਿਆ, ਜਿਵੇਂ ਨਸ਼ਾ ਜੀ, ਜਿਵੇਂ ਨਸ਼ਾ ਉਸੇ ਤਰ੍ਹਾਂ। ਸੋ ਕਿਉਂਕਿ ਭਗਵੰਤ ਮਾਨ ਦੇ ਇਹ ਜਿਹੜੇ ਬਿਆਨ ਨੇ ਇਹ ਵਿਰੋਧੀ ਤੌਰ ਤੇ ਕਾਂਗਰਸੀਆਂ ਨੂੰ ਔਖੇ ਕਰਦੇ ਨੇ ਤੇ ਕਾਂਗਰਸੀ ਵੀ ਇਹਨਾਂ ਦਾ ਕਾਟ ਲੱਭਦੇ ਨੇ। ਸੋ ਇਸ ਕਰਕੇ ਸੁਖਪਾਲ ਖਹਿਰਾ ਨੇ ਵੀ ਭਗਵੰਤ ਮਾਨ ਨੂੰ ਭਾਜੀ ਮੋੜਤੀ। ਹਾਲਾਂਕਿ ਸੁਖਪਾਲ ਖਹਿਰਾ ਲਗਾਤਾਰ, ਕੱਲ ਵੀ ਉਹਨਾਂ ਨੇ ਬਿਆਨ ਦਿੱਤਾ, ਉਹ ਕਹਿੰਦੇ ਕਿ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਗੈਂਗਸਟਰਵਾਦ ਤੇ ਅਸੀਂ ਤਾਂ ਸਫਾਇਆ ਕਰਨਾ। ਸੋ ਭਗਵੰਤ ਮਾਨ ਕਹਿੰਦਾ ਮੈਂ ਦ੍ਰਿੜ ਨਿਸ਼ਚੀ ਹਾਂ, ਮੈਂ ਸਫਾਇਆ ਕਰੂੰਗਾ ਔਰ ਕਰਨਾ ਵੀ ਚਾਹੀਦਾ, ਇਸ ਸਮੱਸਿਆ ਨੂੰ ਖਤਮ ਕਰਨਾ ਚਾਹੀਦਾ। ਤੇ ਨਾਲ ਦੀ ਨਾਲ ਭਗਵੰਤ ਮਾਨ ਉਹਨਾਂ ਨੇ ਹੁਣ ਕਮਾਂਡ ਆਪਣੇ ਹੱਥ ਲੈ ਲਈ ਹਰਜੋਤ ਜੀ ਸੰਗਰੂਰ ਦੀ। ਕਹਿੰਦੇ 23 ਤਰੀਕ ਤੱਕ ਉਹਨਾਂ ਦੀ ਪੂਰੀ ਸਰਗਰਮੀ ਹੁਣ ਉੱਥੇ ਰਹਿਣੀ ਹੈ, ਕਿਉਂਕਿ ਖਬਰਾਂ ਅਜਿਹੀਆਂ ਨੇ ਕਿ ਸੰਗਰੂਰ ਦੇਖੋ ਬਦਲਾਅ ਦੀ ਧਰਤੀ ਹੈ। ਸੰਗਰੂਰ ਨੇ ਬਦਲਾਅ ਕਰਤਾ, ਅਕਾਲੀ ਦਲ, ਕਾਂਗਰਸ, ਸਾਰੀਆਂ ਪਾਰਟੀਆਂ ਜੀ ਖੂੰਜੇ ਲਾਤੀਆਂ। ਤੇ ਹੁਣ ਲੋਕ ਇਹ ਵੀ ਗੱਲਾਂ ਕਰਨ ਲੱਗੇ ਵੀ ਭਾਈ ਇਹ ਬਦਲਾਅ ਦੀ ਧਰਤੀ ਹੈ। ਦੇਖੋ ਇੱਥੇ ਮੂੰਗੀ ਵੀ ਬੀਜ ਲਈ ਲੋਕਾਂ ਨੇ ਫੇਰ ਝੋਨਾ ਰਵਾਇਤੀ ਤਰੀਕੇ ਨਾਲ ਛੱਡ ਕੇ ਫੇਰ ਸਿੱਧੀ ਬਿਜਾਈ ਕਰਤੀ ਵੀ ਜੇ ਸੰਗਰੂਰ ਦੇ ਲੋਕ ਸਿੱਧੀ ਬਿਜਾਈ ਚ ਆ ਸਕਦੇ ਨੇ, ਬਦਲਾਅ ਚ ਆ ਸਕਦੇ ਨੇ, ਕਿਤੇ ਐਤਕੀ ਬਦਲਾਅ ਨਾ ਕਰਦੇ। ਇਹ ਜਿਹੜੀਆਂ ਚਰਚਾਵਾਂ ਨੇ ਬਹੁਤ ਸੰਗਰੂਰ ਚ ਹੋ ਰਹੀਆਂ ਨੇ, ਕਿਉਂਕਿ ਬਦਲਾਅ ਕਦੀ ਵੀ ਕਿਸੇ ਇੱਕ ਧਿਰ ਲਈ ਨਹੀਂ ਹੁੰਦਾ। ਜਿਸ ਧਰਤੀ ਨੂੰ, ਜਿਨ੍ਹਾਂ ਲੋਕਾਂ ਨੂੰ ਬਦਲਾਅ ਦੀ ਤਾਕਤ ਦਾ ਅਹਿਸਾਸ ਹੋਵੇ, ਉਹ ਕਦੀ ਵੀ ਬਦਲਾਅ ਕਰ ਸਕਦੇ ਨੇ। ਹੁਣ ਸੰਗਰੂਰ ਚ ਨੌਜਵਾਨ ਨੇ ਜਿਹੜੇ ਸਾਡੇ ਬੜੇ ਪੜ੍ਹਦੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਸੰਗਰੂਰ ਦੇ ਜੀ, ਔਰ ਸੰਗਰੂਰ ਦੀਆਂ ਕੱਲ ਇੱਕ ਜਥੇਬੰਦੀ ਹੈ ਵਿਦਿਆਰਥੀਆਂ ਦੀ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਤੀ ਹਰਜੋਤ ਜੀ। ਉਹ ਸੰਗਰੂਰ ਚ 20 ਤਰੀਕ ਨੂੰ ਮੈਨੂੰ ਪਤਾ ਲੱਗਿਆ ਪ੍ਰੋਟੈਸਟ ਕਰ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਦੇ ਖਦਸ਼ੇ ਦਾ, ਕੇਂਦਰੀਕਰਨ ਹੋਣ ਦਾ ਜਾਂ ਉਹਦੇ ਖਤਰੇ ਦਾ ਵਿਰੋਧ ਕਰ ਰਹੇ ਨੇ ਵੀ ਅਸੀਂ ਪੰਜਾਬ ਯੂਨੀਵਰਸਿਟੀ ਕੇਂਦਰ ਕੋਲੇ ਨਹੀਂ ਜਾਣ ਦੇਣੀ, ਕਰਜ਼ੇ 'ਚ ਹੈ, ਵਿੱਤੀ ਸੰਕਟ 'ਚ ਹੈ। ਭਗਵੰਤ ਮਾਨ ਔਰ ਜਿਹੜੇ ਮੀਤ ਹੇਅਰ ਨੇ ਉਹ ਭਰੋਸਾ ਤਾਂ ਦੇ ਰਹੇ ਨੇ ਵੀ ਅਸੀਂ ਜ਼ਰੂਰ ਇਹਨੂੰ ਸੰਭਾਲਾਂਗੇ, ਪਰ ਵਿਦਿਆਰਥੀ ਆਪਣੀ ਜ਼ਿੰਮੇਵਾਰੀ 'ਚ ਆ ਗਏ। ਹੁਣ ਵਿਦਿਆਰਥੀ 20 ਤਰੀਕ ਨੂੰ ਵਿਰੋਧ ਕਰ ਰਹੇ ਨੇ ਬੀਜੇਪੀ ਦਾ। ਸੋ ਬੀਜੇਪੀ ਦਾ ਵੀ ਵਿਰੋਧ ਕਰ ਰਹੇ ਨੇ ਸੰਗਰੂਰ 'ਚ ਵਿਦਿਆਰਥੀ, ਇੱਕ ਤਰੀਕੇ ਨਾਲ ਉਹ ਭਾਜਪਾ ਦਾ ਵਿਰੋਧ ਕਰ ਰਹੇ ਨੇ। ਸੋ ਇਸ ਕਰਕੇ ਵੱਡਾ ਉਲਟਫੇਰ ਕੋਈ ਵੀ ਹੋ ਸਕਦਾ ਹੈ। ਅਗਰ ਨੌਜਵਾਨ ਸ਼ਕਤੀ ਕਿਸੇ, ਦੇਖੋ 2022 ਚ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ, ਕਿਉਂਕਿ ਨੌਜਵਾਨ ਸ਼ਕਤੀ ਨਾਲ ਆ ਗਈ। ਹੁਣ ਨੌਜਵਾਨ ਸ਼ਕਤੀ ਕੀ ਫੈਸਲਾ ਕਰਦੀ ਹੈ? ਦੇਖੋ ਨੌਜਵਾਨ ਸ਼ਕਤੀ ਹੁਣ ਬਹੁਤ ਕੁਝ ਸੋਚ ਰਹੀ ਹੈ। ਕਈ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੀ ਨੌਜਵਾਨ ਸ਼ਕਤੀ ਤੇ ਜਿਹੜਾ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੀ ਨੌਜਵਾਨ ਸ਼ਕਤੀ, ਉਹ ਵੱਡੀ ਨੌਜਵਾਨ ਸ਼ਕਤੀ ਹੈ ਜਿਹੜੀ, ਉਹਦਾ ਇੱਕ ਹਿੱਸਾ, ਛੋਟਾ ਵੱਡਾ ਕੋਈ ਵੀ ਹੋ ਸਕਦਾ, ਉਹ ਭਗਵੰਤ ਮਾਨ ਦੇ ਨਾਲ ਖੜ ਗਿਆ ਆ ਕੇ। ਹੁਣ ਜੇ ਨੌਜਵਾਨਾਂ ਦਾ ਇੱਕ ਵੱਡਾ ਹਿੱਸਾ ਭਗਵੰਤ ਮਾਨ, ਮਾਫ ਕਰਨਾ, ਸਿਮਰਨਜੀਤ ਸਿੰਘ ਮਾਨ ਨਾਲ ਆ ਕੇ ਖੜ ਗਿਆ, ਭਗਵੰਤ ਮਾਨ ਦਾ ਤਾਂ ਹੈ ਹੀ ਹੈ ਵੱਡੀ ਗਿਣਤੀ ਨੌਜਵਾਨ, ਸੋ ਇੱਕ ਹਿੱਸਾ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਨਾਲ ਆ ਕੇ ਖੜ ਗਿਆ। ਉਹਨੇ ਕਹਿੰਦੇ ਸਿਆਸੀ ਉਲਟਫੇਰ ਦੀਆਂ ਸੰਭਾਵਨਾਵਾਂ ਪੈਦਾ ਕਰਤੀਆਂ ਸੰਗਰੂਰ ਚ। ਦੇਖੋ ਫੈਸਲਾ ਤਾਂ ਵੋਟਰਾਂ ਨੇ ਕਰਨਾ, ਐ ਤਾਂ ਅਕਾਲੀ ਦਲ ਨਾਲ ਵੀ ਯੂਥ ਵਿੰਗ ਹੈ, ਬੀਜੇਪੀ ਦੀ ਵੀ ਆਪਣਾ ਯੁਵਾ ਮੋਰਚਾ ਹੈ, ਇਹ ਤਾਂ ਆਮ ਆਦਮੀ ਪਾਰਟੀ ਦਾ ਵੀ ਨੌਜਵਾਨ ਇਕਾਈ ਹੈ, ਮੀਤ ਹੇਅਰ ਪਹਿਲਾਂ ਉਹਦੇ ਪ੍ਰਧਾਨ ਰਹੇ ਨੇ। ਪਰ ਯੂਨੀਵਰਸਿਟੀਆਂ ਦੇ ਵਿਦਿਆਰਥੀ, ਪੜ੍ਹੇ ਲਿਖੇ ਵਿਦਿਆਰਥੀ, ਇਹ ਵੀ ਜਦੋਂ ਚੋਣ ਮੈਦਾਨ ਚ ਉਤਰ ਆਉਣ, ਆਪਣੀ ਰਾਏ ਰੱਖਣ ਲੱਗ ਜਾਣ, ਤੇ ਫਿਰ ਗੱਲ ਹੈ ਜਿਹੜੀ ਉਹ ਕਿਸੇ ਪਾਸੇ ਵੀ ਤੁਰ ਸਕਦੀ ਹੈ।
ਔਰ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਨੂੰ ਇੱਥੇ ਤੱਕ ਕਹਿਤਾ, ਸੁਖਪਾਲ ਖਹਿਰਾ ਕਹਿੰਦੇ ਭਗਵੰਤ ਮਾਨ ਦਾ ਤਾਂ ਰੋਡ ਸ਼ੋਅ ਫਲॉप ਹੋ ਗਿਆ। ਬਿਲਕੁਲ ਹਾਲਾਂਕਿ ਮੈਂ ਨਹੀਂ ਮੰਨਦਾ ਕਿ ਭਗਵੰਤ ਮਾਨ ਦਾ ਰੋਡ ਸ਼ੋਅ ਫਲॉप ਹੋਇਆ, ਮੈਂ ਬਿਲਕੁਲ ਨਹੀਂ ਮੰਨਦਾ। ਮੈਂ ਦੇਖ ਰਿਹਾ ਸੀ ਅੱਜ ਵੀ, ਕੱਲ ਵੀ ਕਾਫੀ ਭੀੜ ਸੀ ਰੋਡ ਸ਼ੋਅ 'ਚ, ਪਰ ਸੁਖਪਾਲ ਖਹਿਰਾ ਕਹਿੰਦੇ ਕਿ ਭਗਵੰਤ ਮਾਨ ਦਾ ਤਾਂ ਦੇਖੋ ਰੋਡ ਸ਼ੋਅ ਫਲॉप ਹੋ ਗਿਆ, ਕਿਉਂਕਿ ਇਹ ਸਿਆਸਤ ਹੈ। ਭਗਵੰਤ ਮਾਨ ਵੀ ਕਾਂਗਰਸੀਆਂ ਦੀ ਕਹਿੰਦੇ ਵੀ ਮੈਂ ਕਰਪਟਾਂ ਦੀ ਲਿਸਟ ਬਣਾਈ ਬੈਠਾ, ਉਹ ਅੰਦਰ ਦੇਤੇ ਕੁਝ ਮੈਂ ਦੇ ਦੇਣੇ ਆ, ਸੋ ਇਹ ਸਿਆਸਤ ਹੈ। ਸੋ ਭਗਵੰਤ ਮਾਨ ਔਰ ਸੁਖਪਾਲ ਖਹਿਰਾ ਇਹ ਦੋਵੇਂ ਵੱਡੇ ਆਗੂ ਨੇ। ਸੁਖਪਾਲ ਖਹਿਰਾ ਨੂੰ ਵੀ ਤੁਸੀਂ ਪੰਜਾਬ ਦੀ ਸਿਆਸਤ ਚੋਂ ਮਨਫੀ ਨਹੀਂ ਕਰ ਸਕਦੇ, ਆਪਣੇ ਦਮ ਤੇ ਸਿਆਸਤ ਕਰਦਾ ਸੁਖਪਾਲ ਖਹਿਰਾ। ਬਿਲਕੁਲ ਜਿਹੜੇ ਬਿਆਨ ਦਿੱਤੇ ਨੇ ਉਹਨਾਂ ਦਾ ਅਸਰ ਹੈ। ਔਰ ਸੁਖਪਾਲ ਖਹਿਰਾ ਅੱਜ ਕੱਲ੍ਹ ਚ ਸੰਗਰੂਰ ਜਾਣ ਵਾਲੇ ਨੇ, ਮਹਿਲ ਕਲਾਂ ਉਹਨਾਂ ਨੇ ਦੌਰਾ ਕਰਨਾ, ਸੋ ਜਦੋਂ ਸੁਖਪਾਲ ਖਹਿਰਾ ਜਾਣਗੇ ਉਹ ਵੀ ਗੱਲ ਅੱਗੇ ਤੁਰੂਗੀ ਫਿਰ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਸੋ ਗੱਲ ਉਹੀ ਆਂਦੀ ਹੈ ਕਿ ਸਿਆਸਤ ਹੈ, ਹਰ ਰੋਜ਼ ਕੁਝ ਨਾ ਕੁਝ ਮਾਇਨੇ ਬਦਲ ਜਾਂਦੇ ਨੇ, ਕਿਉਂਕਿ ਸੰਗਰੂਰ ਜ਼ਿਮਨੀ ਚੋਣਾਂ ਦੀ ਗੱਲ ਕਰੀਏ ਤਾਂ ਤਸਵੀਰ ਕਿੱਥੋਂ ਸ਼ੁਰੂ ਹੋਈ ਔਰ ਅੱਜ ਤੱਕ ਅਸੀਂ ਕੋਈ ਵੀ ਸਮੀਕਰਨ ਐਗਜ਼ੈਕਟ ਬੰਦੇ ਨਜ਼ਰ ਨਹੀਂ ਆ ਰਹੇ। ਉਦੋਂ ਤੱਕ ਕੀ ਪਿਕਚਰ ਰਹਿੰਦੀ ਹੈ, ਹਾਲਾਂਕਿ ਬਾਅਦ ਵਿੱਚ ਹੀ ਸਭ ਕੁਝ ਕਲੀਅਰ ਹੋਏਗਾ। ਸਭ ਪਾਰਟੀਆਂ ਆਪਣੇ ਵੱਲੋਂ ਪੂਰੇ ਦਾਅਵੇ ਕਰ ਰਹੀਆਂ ਨੇ ਕਿ ਅਸੀਂ ਜੋ ਹੈ ਜ਼ਰੂਰ ਇਥੋਂ ਜਿੱਤ ਹਾਸਲ ਕਰਾਂਗੇ। ਵਾਕਈ ਇੱਕ ਵੱਡਾ ਸਵਾਲ ਜ਼ਰੂਰ ਬਣਿਆ ਸੰਗਰੂਰ ਜ਼ਿਮਨੀ ਚੋਣ। ਅੱਗੋਂ ਅਗਰ ਗੱਲ ਕਰੀਏ ਤਾਂ ਜੀ 5 ਦਿਨ, ਅੱਜ 18 ਹੋ ਗਈ, 18 19 20 21 22 23 ਤਰੀਕ ਨੂੰ ਵੋਟਾਂ ਪੈਣੀਆਂ, 5 ਦਿਨ ਰਹਿ ਗਏ। ਇਸ ਤੋਂ ਪਹਿਲਾਂ ਚੋਣ ਪ੍ਰਚਾਰ ਵੀ ਬੰਦ ਹੋ ਜਾਣਾ, ਸੋ ਹੁਣ ਤਾਂ ਨੇੜੇ ਹੈ ਕੰਮ। ਪਰ ਇਸ ਵਾਰ ਵੀ ਪੂਰਾ ਰਹੱਸ ਬਣਿਆ ਹੋਇਆ ਹੈ, ਕਿਸੇ ਦੀ ਹਵਾ ਨਹੀਂ, ਕਿਸੇ ਦੀ ਹਵਾ ਨਹੀਂ, ਹਵਾ ਨਿਕਲ ਜ਼ਰੂਰ ਸਕਦੀ ਕਈਆਂ ਦੀ। ਜੀ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਕਿਉਂਕਿ ਇਹ ਤਾਂ ਹੁਣ ਲੋਕਾਂ ਨੇ ਫੈਸਲਾ ਕਰਨਾ। ਜੀ ਤੇ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਹੋਰ ਮੁੱਦਾ ਬਹੁਤ ਜੋ ਸੁਰਖੀਆਂ ਵਿੱਚ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ 1 ਮਹੀਨੇ ਦੀ ਪੈਰੋਲ ਦਿੱਤੀ ਗਈ, ਪਰ ਇਸ ਦੇ ਉੱਪਰ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਸਖਤ ਇਤਰਾਜ਼ ਜਤਾਇਆ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਕਈ ਦੋਸ਼ਾਂ ਦੇ ਵਿੱਚ ਅੰਦਰ ਗਏ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾ ਰਹੀ ਹੈ। ਇਸ ਦੇ ਉੱਪਰ ਵੱਡਾ ਇਤਰਾਜ਼ ਪ੍ਰਗਟ ਕਰ ਰਹੀ ਹੈ ਸ਼੍ਰੋਮਣੀ ਕਮੇਟੀ। ਦੇਖੋ, ਜਦੋਂ ਕੋਈ ਵੀ ਵੱਡੇ ਫੈਸਲੇ ਹੁੰਦੇ ਨੇ ਹਰਜੋਤ ਜੀ, ਸਵਾਲ ਤਾਂ ਜ਼ਰੂਰ ਖੜੇ ਹੁੰਦੇ ਨੇ। ਹੁਣ ਤੁਸੀਂ ਦੇਖੋ, ਪਹਿਲਾਂ ਡੇਰਾ ਰਾਮ ਰਹੀਮ, ਡੇਰਾ ਮੁਖੀ ਨੂੰ, ਇਹਨੂੰ ਸਿਰਸੇ ਵਾਲੇ ਨੂੰ ਪਹਿਲਾਂ 1 ਦਿਨ ਦੀ ਪੈਰੋਲ ਮਿਲੀ ਸੀ ਜਦੋਂ ਉਹਨਾਂ ਦੇ ਪਰਿਵਾਰ ਤੇ ਦੁੱਖ ਦੀ ਘੜੀ ਸੀ ਜੀ। ਉਦੋਂ ਉਹਨਾਂ ਦੇ ਮਾਤਾ ਜੀ ਬਿਮਾਰ ਸੀ, ਉਦੋਂ ਪੈਰੋਲ ਮਿਲੀ ਸੀ ਜੀ। ਦੂਸਰੀ ਵਾਰ ਮਿਲੀ ਫਰਵਰੀ 'ਚ, ਚੋਣਾਂ ਤੋਂ ਪਹਿਲਾਂ ਜੀ, ਪੰਜਾਬ ਦੀਆਂ ਚੋਣਾਂ ਸੀ, ਚੋਣਾਂ ਤੋਂ ਪਹਿਲਾਂ ਫਰਵਰੀ ਦੇ 10 ਫਰਵਰੀ ਤੋਂ ਪਹਿਲਾਂ ਮਿਲੀ ਸੀ ਪੈਰੋਲ। ਔਰ ਉਦੋਂ ਬੜੀਆਂ ਗੱਲਾਂ ਚੱਲੀਆਂ ਵੀ ਇਹਨਾਂ ਨੂੰ ਹੁਣ ਪੈਰੋਲ ਦਿੱਤੀ ਗਈ ਹੈ, ਕਿਉਂਕਿ ਡੇਰੇ ਦਾ ਸਿਆਸੀ ਵਿੰਗ ਵੀ ਹੈ। ਜੇ ਤਾਂ ਹੋਵੇ ਨਾ ਕਿ ਡੇਰਾ ਕੋਈ ਸਿਆਸੀ ਫੈਸਲੇ ਨਾ ਕਰਦਾ ਹੋਵੇ, ਹਾਲਾਂਕਿ ਉਹ ਸ਼ਰੇਆਮ ਨਹੀਂ ਕਰਦੇ, ਉਹ ਆਪਣੇ ਤਰੀਕੇ ਨਾਲ ਕਰਦੇ ਆ। ਉਹ ਕੋਈ ਪ੍ਰੈਸ ਕਾਨਫਰੰਸ ਕਰਕੇ ਹਾਲ ਦੀ ਘੜੀ 'ਚ ਨਹੀਂ ਕਰਦੇ ਇਹੋ ਜਿਹਾ ਫੈਸਲਾ, ਉਹ ਸੁਨੇਹੇ ਲਾਉਂਦੇ ਆ। ਹੁਣ ਉਦੋਂ ਡੇਰਾ ਮੁਖੀ ਨੂੰ ਪੈਰੋਲ ਮਿਲੀ, ਹੁਣ ਫੇਰ ਪੈਰੋਲ ਮਿਲੀ ਜਦੋਂ ਜ਼ਿਮਨੀ ਚੋਣਾਂ ਚੱਲ ਰਹੀਆਂ ਨੇ ਜੀ। ਪਾਰਲੀਮੈਂਟ ਦੀ ਚੋਣ ਵੀ ਹੈ ਸੰਗਰੂਰ ਦੀ, ਔਰ ਮਾਲਵੇ ਦਾ ਹਿੱਸਾ ਹੈ ਸੰਗਰੂਰ। ਔਰ ਸੰਗਰੂਰ ਕਹਿੰਦੇ ਨੇ ਇੱਥੇ ਵੀ ਡੇਰਾ ਪ੍ਰੇਮੀਆਂ ਦਾ ਭਰਮਾਰ ਹੈ, ਬਰਨਾਲਾ, ਸੰਗਰੂਰ, ਕਈ ਡੇਰਾ ਪ੍ਰੇਮੀ ਨੇ। ਹੁਣ ਸਵਾਲ ਇਹ ਹੈ, ਡੇਰਾ ਪ੍ਰੇਮੀ, ਉਹਨਾਂ ਦੀ ਆਪਣੀ ਭਾਵਨਾ ਹੈ, ਡੇਰਾ ਪ੍ਰੇਮੀਆਂ ਦੀ ਸਾਰਿਆਂ ਦੀ ਭਾਵਨਾ ਦਾ ਸਤਿਕਾਰ ਹੈ। ਉਹ ਬੜੇ ਚੰਗੇ ਕੰਮ ਕਰਦੇ। ਮੈਂ ਦੇਖਿਆ ਬਰਨਾਲੇ 'ਚ ਜਾਂ ਕਿਤੇ ਵੀ ਕਈ ਡੇਰਾ ਪ੍ਰੇਮੀ ਨੇ ਗਰਮੀਆਂ 'ਚ ਰੇਲਵੇ ਸਟੇਸ਼ਨਾਂ ਤੇ ਜਾ ਕੇ ਜ਼ਰੂਰਤਮੰਦਾਂ ਨੂੰ ਪਾਣੀ ਪਿਲਾਉਣਾ, ਭੋਜਨ ਦੀ ਸੇਵਾ ਕਰਾਉਣੀ, ਖੂਨਦਾਨ ਕਰਨਾ, ਬੜੇ ਚੰਗੇ ਕੰਮ ਕਰਦੇ ਨੇ ਡੇਰਾ ਪ੍ਰੇਮੀ। ਪਰ ਮੈਂ ਗੱਲ ਡੇਰਾ ਮੁਖੀ ਦੀ ਕਰ ਰਿਹਾ, ਜੋ ਉਹ ਕਾਨੂੰਨੀ ਵਿਵਾਦ ਚੁਲਦਿਆ। ਹੁਣ ਦੁਬਾਰਾ ਜਦੋਂ ਹੁਣ ਪੈਰੋਲ ਮਿਲੀ ਹੈ, ਕੱਲ 1 ਮਹੀਨੇ ਦੀ ਮਿਲੀ ਹੈ, ਤੇ ਉਹ ਚਲੇ ਗਏ ਨੇ ਆਪਣੇ ਸਿਰਸੇ ਵਾਲੇ ਜਿਹੜਾ ਉਹਨਾਂ ਦਾ ਡੇਰਾ ਜੀ। ਤੇ ਸਵਾਲ ਇਸ ਕਰਕੇ ਇਹ ਖੜੇ ਹੋ ਰਹੇ ਨੇ ਕਿ ਡੇਰਾ ਮੁਖੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ, ਠੀਕ ਹੈ, ਕਾਨੂੰਨੀ ਤੌਰ ਤੇ ਜਿਹੜੀ ਇਹ ਪੈਰੋਲ ਮਿਲਦੀ ਹੈ, ਅਦਾਲਤ ਕਾਨੂੰਨੀ ਤੌਰ ਤੇ ਦਿੰਦੀ ਹੈ, ਕਾਨੂੰਨੀ ਤੌਰ ਤੇ ਪ੍ਰਕਿਰਿਆ ਹੈ। ਪਰ ਫਿਰ ਸਵਾਲ ਇਹ ਖੜਾ ਹੁੰਦਾ ਹੈ ਕਿ ਅਗਰ ਕਾਨੂੰਨੀ ਤੌਰ ਤੇ ਡੇਰਾ ਮੁਖੀ ਨੂੰ ਪੈਰੋਲ ਮਿਲ ਸਕਦੀ ਹੈ ਤੇ ਫਿਰ ਵੱਡੀ ਗਿਣਤੀ ਸਿੱਖ ਕੈਦੀਆਂ ਨੂੰ ਕਿਉਂ ਨਹੀਂ ਮਿਲਦੀ? ਸਵਾਲ ਸਿਰਫ ਇੰਨਾ ਹੈ। ਬਿਲਕੁਲ, ਡੇਰਾ ਮੁਖੀ ਨੂੰ ਪੈਰੋਲ ਮਿਲਣ ਤੇ ਇਤਰਾਜ਼ ਕੋਈ ਨਹੀਂ, ਲੇਕਿਨ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਜਦੋਂ ਡੇਰਾ ਮੁਖੀ ਨੂੰ ਮਿਲ ਸਕਦੀ ਹੈ ਤੇ ਸਿੱਖ ਕੈਦੀਆਂ ਨੂੰ ਕਿਉਂ ਨਹੀਂ ਮਿਲ ਰਹੀ? ਬਹੁਤ ਸਾਰਿਆਂ ਨੂੰ।
ਤੇ ਇਸੇ ਕਰਕੇ ਹੀ ਕੱਲ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਧਾਮੀ ਸਾਹਿਬ, ਉਹਨਾਂ ਨੇ ਇਹ ਗੱਲ ਰੱਖੀ। ਹੁਣ ਸਵਾਲ ਤਾਂ ਫਿਰ ਖੜਾ ਹੁੰਦਾ ਹੈ ਵੀ ਕਿਤੇ ਇਹ ਸਿਆਸੀ ਦਖਲ ਤਾਂ ਨਹੀਂ? ਤੁਸੀਂ ਦੇਖੋ, ਮੈਨੂੰ 4 ਸੁਪਰੀਮ ਕੋਰਟ ਦੇ ਜੱਜ ਯਾਦ ਆ ਜਾਂਦੇ ਆ। ਸੁਪਰੀਮ ਕੋਰਟ ਦੇ 4 ਜੱਜਾਂ ਨੇ ਪ੍ਰੈਸ ਕਾਨਫਰੰਸ ਕਰਤੀ ਸੀ ਜੀ। ਉਹਨਾਂ ਨੇ ਪ੍ਰੈਸ ਕਾਨਫਰੰਸ ਕਿਉਂ ਕੀਤੀ ਸੀ, ਦੁਨੀਆ ਜਾਣਦੀ ਹੈ। ਤਾਂ ਤੇ ਇਸ ਕਰਕੇ ਕਈ ਵਾਰੀ ਜਿਹੜੇ ਕੁਝ ਫੈਸਲੇ ਹੁੰਦੇ ਨੇ ਨਾ ਜੀ, ਸਾਡੀ ਡੈਮੋਕ੍ਰੇਸੀ ਬਹੁਤ ਰਿਚ ਹੈ। ਸਾਡੀ ਜਿਹੜੀ ਡੈਮੋਕ੍ਰੇਸੀ ਹੈ ਉਹ ਸੁਪਰੀਮ ਕੋਰਟ ਦੇ ਫੈਸਲਿਆਂ ਉੱਪਰ ਵੀ ਸਾਨੂੰ ਸਾਡਾ ਨਜ਼ਰੀਆ ਰੱਖਣ ਦਾ ਅਧਿਕਾਰ ਦਿੰਦੀ ਹੈ। ਕਾਨੂੰਨੀ ਨਜ਼ਰ, ਅਸੀਂ ਕਾਨੂੰਨੀ ਤੌਰ ਤੇ ਆਪਣਾ ਨਜ਼ਰੀਆ ਰੱਖ ਰਹੇ ਹਾਂ। ਸੋ ਜ਼ਰੂਰੀ ਨਹੀਂ। ਹੁਣ ਐਡਵੋਕੇਟ ਧਾਮੀ ਕਹਿੰਦੇ ਕਿ ਸਾਨੂੰ ਪੈਰੋਲ ਦੇਣ ਤੇ ਸਖਤ ਇਤਰਾਜ਼ ਹੈ, ਤੇ ਇਹ ਜਿਹੜਾ ਫੈਸਲਾ ਹੈ, ਐਡਵੋਕੇਟ ਧਾਮੀ ਕਹਿੰਦੇ ਵੀ ਇਹ ਸਰਕਾਰ ਦੇ ਜਿਹੜੇ ਰੁਖ ਹੈ ਉਹਦੇ ਤੇ ਸਵਾਲ ਖੜਾ ਕਰਦਾ ਔਰ ਕਰਦਾ। ਉਹ ਕਹਿੰਦੇ ਇੱਕ ਪਾਸੇ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਨੇ, ਇਸ ਦੇ ਬਾਵਜੂਦ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਇੱਕ ਪਾਸੇ ਤਾਂ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਇੱਕ ਪਾਸੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਰਿਹਾ ਨਹੀਂ ਹੋ ਰਹੀ। ਦੇਖੋ, ਕਾਨੂੰਨ ਤਾਂ ਸਭ ਲਈ ਬਰਾਬਰ ਹੈ, ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਉਹ ਤਾਂ ਛੱਡ ਦਿੱਤੇ ਜਾਣੇ ਚਾਹੀਦੇ ਨੇ। ਇੱਕ ਪਾਸੇ ਉਹਨਾਂ ਦੀ ਰਿਹਾਈ ਨਹੀਂ, ਤੇ ਇੱਕ ਪਾਸੇ ਸਾਰਾ ਕੁਝ ਸਾਹਮਣੇ ਆ। ਹੁਣ ਇਹ ਤਾਂ ਹੁਣ ਜਿਹੜੇ ਜੋ ਕੁਝ ਵਾਪਰ ਰਿਹਾ ਹੈ ਤਾਂ ਸਾਰਾ ਹਰ ਵਿਅਕਤੀ ਸਮਝ ਰਿਹਾ। ਬਿਲਕੁਲ। ਗੱਲ ਇਹ ਆ ਵੀ ਸਰਕਾਰਾਂ ਨੂੰ ਇਸ ਪਾਸੇ ਸੋਚਣ ਦੀ ਲੋੜ ਹੈ। ਬਿਲਕੁਲ ਬਿਲਕੁਲ, ਤੁਸੀਂ ਸਹੀ ਗੱਲ ਕਹੀ ਹੈ। ਸੋ ਸਵਾਲ ਬਣਨੇ ਲਾਜ਼ਮੀ ਨੇ। ਮੈਂ ਇੱਕ ਹੋਰ ਗੱਲ ਕਰਦਾ। ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੁਝ ਸਿੱਖ ਬੰਦੀਆਂ ਨੂੰ ਰਿਹਾ ਕਰਨ ਦਾ ਐਲਾਨ ਕੀਤਾ ਸੀ ਜੀ। ਤੁਸੀਂ ਦੇਖੋ ਕਿੰਨਾ ਸਮਾਂ ਲੰਘ ਗਿਆ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਐਲਾਨ ਕਰਨ ਤੋਂ ਬਾਵਜੂਦ ਵੀ ਤੁਸੀਂ ਦੇਖੋ। ਬਿਲਕੁਲ ਸਹੀ। ਬਿਲਕੁਲ। ਇਸ ਕਰਕੇ ਇਹ ਕਈ ਵਾਰੀ ਅਸੀਂ ਜ਼ਿਆਦਾ ਵਿਆਖਿਆ ਕਰਾਂਗੇ ਨਾ, ਤੇ ਕਈ ਵਾਰੀ ਕੁਝ ਲੋਕਾਂ ਨੂੰ ਲੱਗਦਾ ਕਿ ਅਸੀਂ ਸ਼ਾਇਦ ਧਿਰ ਬਣ ਰਹੇ ਹਾਂ। ਅਸੀਂ ਧਿਰ ਨਹੀਂ ਬਣ ਰਹੇ। ਇਹ ਤਾਂ ਕੌੜੀ ਸੱਚਾਈ ਹੈ, ਕੰਧਾਂ ਤੇ ਲਿਖੀ ਪਈ ਹੈ, ਅਖਬਾਰਾਂ 'ਚ ਲਿਖੀ ਪਈ ਹੈ, ਕਿਤਾਬਾਂ 'ਚ ਲਿਖੀ ਪਈ ਹੈ, ਸੋਸ਼ਲ ਮੀਡੀਆ ਤੇ ਬਿਆਨ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੇ। ਸੋ ਇਹ ਬੜੀ ਹੈਰਾਨੀ ਵਾਲੀ ਗੱਲ ਹੈ, ਔਰ ਇਹ ਮੁੱਦਾ ਬਣਿਆ। ਦੇਖੋ, ਇਹ ਮੁੱਦਾ ਸੰਗਰੂਰ ਦੀ ਚੋਣ 'ਚ ਬਣ ਗਿਆ। ਮੈਂ ਕਿਉਂ ਕਹਿ ਰਿਹਾ ਕਿ ਸੰਗਰੂਰ 'ਚ ਕੋਈ ਵੀ ਬਦਲਾਅ ਹੋ ਸਕਦਾ ਹੈ, ਕਿਉਂਕਿ ਲੋਕ ਨੇ ਜਿਹੜੇ ਬੜੇ ਅਵੇਅਰ ਨੇ, ਬੜੇ ਸਿਆਣੇ ਨੇ। ਜਿਹੜਾ ਵੋਟਰ ਹੈ, ਮੈਂ ਵੀ ਵੋਟਰ ਹਾਂ, ਚਲੋ ਠੀਕ ਹੈ ਵੀ ਸੰਗਰੂਰ 'ਚ ਹੁਣ ਮੈਂ ਵੋਟ ਨਹੀਂ ਪਾਊਂਗਾ ਕਿਉਂਕਿ ਮੇਰੀ ਵੋਟ ਲੁਧਿਆਣੇ ਬਣੀ ਹੋਈ ਹੈ, ਪਰ ਲੋਕ ਬੜੇ ਜਾਗਰੂਕ ਨੇ। ਹੁਣ ਜੇ ਮੈਂ ਸੰਗਰੂਰ 'ਚ ਵੋਟ ਬਣਵਾ ਲੈਣੀ ਆਪਣੀ ਜੀ, ਲੁਧਿਆਣੇ ਵਾਲੀ ਰੱਦ ਕਰਾ ਕੇ ਆਉਂਦੇ ਸਮੇਂ 'ਚ ਉਹ ਮੈਨੂੰ ਜਿਹੜੇ ਮੇਰੇ ਲੀਗਲ ਐਕਸਪਰਟ ਨੇ ਉਹ ਦੱਸ ਰਹੇ ਨੇ ਇਹਦੇ ਲਈ ਕੀ ਪ੍ਰਕਿਰਿਆ ਫਿਰ ਅਪਲਾਈ ਕਰਾਂਗੇ। जी 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 बिल्कुल। सो गल ਉਹੀ ਹੈ ਕਿ ਸਿਆਸਤ ਹੈ ਬਹੁਤ ਕੁਝ ਕਰਵਾਉਂਦੀ ਹੈ। ਸੋ ਕਿਹੜੀ ਗੱਲ ਦੇ ਕੀ ਮਾਇਨੇ ਨਿਕਲਦੇ ਨੇ ਉਹ ਕੁਝ ਸਮੇਂ ਬਾਅਦ ਹੀ ਪਤਾ ਚੱਲਦੇ ਨੇ, ਪਰ ਇੱਥੇ ਜਿਵੇਂ ਸ਼੍ਰੋਮਣੀ ਕਮੇਟੀ ਵੱਲੋਂ ਜੋ ਸਖਤ ਇਤਰਾਜ਼ ਪ੍ਰਗਟਾਇਆ ਗਿਆ, ਇਹ ਇਸ ਦੇ ਉੱਪਰ ਸਵਾਲ ਕਰਨੇ ਬਣਦੇ ਵੀ ਨੇ। ਤੇ ਅੱਗੋਂ ਅਗਰ ਗੱਲ ਕਰੀਏ ਅਗਨੀਪਥ ਯੋਜਨਾ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਲਗਾਤਾਰ ਬਣੇ ਹੋਏ ਨੇ। ਦੇਸ਼ ਦੇ ਕਈ ਸੂਬਿਆਂ ਵਿੱਚ ਇਸ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ, ਤੇ ਵਿਰੋਧ ਦੇ ਚੱਲਦਿਆਂ ਹੀ ਅਗਨੀਪਥ ਯੋਜਨਾ ਲਈ ਉਮਰ ਸੀਮਾ ਜੋ 21 ਸਾਲ ਤੈਅ ਕੀਤੀ ਗਈ ਸੀ ਉਸਨੂੰ ਵਧਾ ਕੇ 23 ਸਾਲ ਕਰ ਦਿੱਤਾ ਗਿਆ। ਉਸਦੇ ਪਿੱਛੇ ਕੀ ਕਾਰਨ ਨੇ? ਤੇ ਨਾਲ ਦੀ ਨਾਲ ਅਗਰ ਅਸੀਂ ਪੰਜਾਬ ਦੀ ਵੀ ਗੱਲ ਕਰ ਲਈਏ, ਪੰਜਾਬ ਦੇ ਸਾਡੇ ਜੋ ਮੁੱਖ ਮੰਤਰੀ ਨੇ ਭਗਵੰਤ ਮਾਨ, ਉਹਨਾਂ ਨੇ ਵੀ ਅਗਨੀਪਥ ਸਕੀਮ ਦੇ ਉੱਪਰ ਵਿਰੋਧ ਆਪਣਾ ਦਿਖਾਇਆ। ਉਹਨਾਂ ਨੇ ਕਿਹਾ ਕਿ ਫੌਰੀ ਵਾਪਸ ਲੈ ਲੈਣੀ ਚਾਹੀਦੀ ਹੈ ਇਹ ਨੀਤੀ। ਦੇਖੋ, ਮੈਨੂੰ ਇਹ ਲੱਗਦਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਉਹਨਾਂ ਨੇ ਕੱਲ ਟਵੀਟ ਕਰਕੇ ਵਿਰੋਧ ਕਰਤਾ ਸੀ, ਤੇ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਟਵੀਟ ਕਰਤਾ ਤੇ ਫਿਰ ਸਾਰੀ ਆਮ ਆਦਮੀ ਪਾਰਟੀ ਵਿਰੋਧ ਚ ਆ ਗਈ। ਕੱਲ ਆਮ ਆਦਮੀ ਪਾਰਟੀ ਦੇ ਬੜੇ ਸਿਆਣੇ ਬੁਲਾਰੇ ਨੇ, ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ। ਮਿਸਟਰ ਕੰਗ, ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ, ਇਹਦਾ ਵਿਰੋਧ ਕੀਤਾ। ਭਗਵੰਤ ਮਾਨ ਉਹਨਾਂ ਨੇ ਟਵੀਟ ਕੀਤਾ, ਉਹਨਾਂ ਨੇ ਵੀ ਵਿਰੋਧ ਕੀਤਾ। ਪਰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਜਿਸ ਦਿਨ ਹਰਜੋਤ ਜੀ, ਜਿਸ ਦਿਨ ਇਸ ਦਾ ਐਲਾਨ ਹੋਇਆ, ਰੱਖਿਆ ਮੰਤਰੀ ਪ੍ਰੈਸ ਕਾਨਫਰੰਸ ਕਰ ਰਹੇ ਸੀ, ਮੈਂ ਇਹ ਅਗਨੀਪਥ ਯੋਜਨਾ ਉਸੇ ਵੇਲੇ ਤੋਂ ਸਾਰੀ ਸੁਣਨ ਲੱਗ ਗਿਆ, ਸਾਰੇ ਇਹਦੇ ਡਾਕੂਮੈਂਟ ਪੜ੍ਹਨ ਲੱਗ ਗਿਆ। ਮੈਨੂੰ ਬੜੀ ਦਿਲ ਖਿੱਚਵੀਂ ਯੋਜਨਾ ਲੱਗੀ, ਔਰ ਚੰਗੀ ਗੱਲ ਇਹ ਵੀ ਲੱਗੀ ਹੈ ਕਿ ਹੁਣ ਸੀਮਾ 17.5 ਤੋਂ 21 ਸਾਲ ਸੀ, ਇਹਨੂੰ ਵਧਾ ਕੇ 23 ਸਾਲ ਕਰਤਾ। ਤੁਸੀਂ ਦੇਖੋ ਕਿੱਡੀ ਵੱਡੀ ਗਿਣਤੀ 'ਚ ਨੌਜਵਾਨ ਇਹਦੇ ਘੇਰੇ 'ਚ ਆ ਜਾਣਗੇ,
ਜਿਹੜੇ ਇਹਦਾ ਫਾਇਦਾ ਲੈ ਸਕਦੇ ਨੇ। ਇਹਨੂੰ ਨੌਕਰੀ ਦੇ ਤੌਰ ਤੇ ਨਹੀਂ ਦੇਖਣਾ ਚਾਹੀਦਾ, ਮੈਨੂੰ ਲੱਗਦਾ ਇਹਨੂੰ ਨੌਕਰੀ ਦੇ ਤੌਰ ਤੇ ਨਹੀਂ ਦੇਖਣਾ ਚਾਹੀਦਾ, ਇਹਨੂੰ ਐਕਸਪੀਰੀਅੰਸ ਦੇ ਤੌਰ ਤੇ ਦੇਖਣਾ ਚਾਹੀਦਾ ਹੈ। 17.5 ਸਾਲਾਂ 'ਚ ਤੁਸੀਂ ਦੱਸੋ, 17.5 ਸਾਲਾਂ 'ਚ ਸਾਡੇ ਕਿੰਨੇ ਨੌਜਵਾਨ ਕੰਮ ਕਰਦੇ ਨੇ? ਇਹ ਦੁੱਖ ਵਾਲੀ ਗੱਲ ਹੈ। ਹਾਂ, ਜਿਹੜਾ ਸਾਡਾ 12ਵੀਂ ਪਾਸ ਕਰਕੇ 18 19 20 ਸਾਲ ਦਾ ਵਿਦਿਆਰਥੀ ਕੈਨੇਡਾ ਅਮਰੀਕਾ ਚਲਿਆ ਜਾਂਦਾ, ਆਸਟ੍ਰੇਲੀਆ ਚਲਿਆ ਜਾਂਦਾ, ਉਹ ਭਾਂਡੇ ਵੀ ਮਾਂਜ ਲੈਂਦਾ, ਉਹ ਉੱਥੇ ਜਾ ਕੇ ਕੁੱਕ ਵੀ ਖੁਦ ਬਣ ਜਾਂਦਾ ਹੈ। ਸਾਡੀਆਂ ਬੱਚੀਆਂ ਉਹ ਵੀ ਪੈਟਰੋਲ ਪੰਪ ਤੇ ਗੈਸ ਭਰਦੀਆਂ ਨੇ। ਪਿੱਛੇ ਜੇ ਸਾਡੇ ਇੱਕ ਦੋਸਤ ਨੇ, ਉਹਨਾਂ ਦੀ ਬੇਟੀ ਉਹ ਜਰਨਲਿਜ਼ਮ ਨਾਲ ਸੰਬੰਧਿਤ ਕੋਰਸ ਕਰਦੀ ਹੈ ਕੈਨੇਡਾ 'ਚ। ਸਾਲ 1.5 ਸਾਲ ਪਹਿਲਾਂ ਉਸ ਬੱਚੀ ਦਾ ਵੀ ਮੈਨੂੰ ਫੋਨ ਆਇਆ। ਮੈਂ ਉਹਨੂੰ ਪੁੱਛਿਆ, ਕਹਿੰਦੀ ਸਰ ਮੈਂ ਵੀ ਇੱਥੇ ਨਾਲੇ ਮੈਂ ਪਾਰਟ ਟਾਈਮ ਕੰਮ ਕਰਦੀ ਹਾਂ। ਮੈਂ ਕਿਹਾ ਬੇਟਾ ਕੀ ਕੰਮ ਕਰਦੇ ਹੋ? ਉਹ ਮੈਨੂੰ ਬੱਚੀ ਕਹਿੰਦੀ ਵੀ ਮੈਂ ਗੈਸ ਸਟੇਸ਼ਨ ਤੇ ਅਸੀਂ ਗੈਸ ਫਿਲ ਕਰਦੇ ਹਾਂ, ਉਹਦੀ ਰਾਤ ਦੀ ਡਿਊਟੀ। ਤੁਸੀਂ ਦੱਸੋ ਕਿ ਪੰਜਾਬ 'ਚ ਇੰਡੀਆ 'ਚ ਕਲਚਰ ਹੈ ਕਿ ਸਾਡੇ ਬੱਚੇ 17.5 ਸਾਲ ਦੀ ਉਮਰ ਦੇ ਜਾਂ 24 ਸਾਲ ਵਾਲੇ ਸਿਰਫ ਉਹੀ ਬੱਚੇ ਕੰਮ ਕਰਦੇ ਨੇ? ਬਦਕਿਸਮਤੀ ਹੈ, ਸਿਰਫ ਉਹੀ ਬੱਚੇ ਕੰਮ ਕਰਦੇ ਨੇ ਜਿਹੜੇ ਪਰਿਵਾਰਾਂ 'ਚ ਕੋਈ ਵਿੱਤੀ ਸੰਕਟ ਹੈ, ਜਿਨ੍ਹਾਂ ਦੇ ਮਾਂ-ਬਾਪ ਉਸ ਸਥਿਤੀ 'ਚ ਨਹੀਂ ਹੈ। ਨਹੀਂ ਤਾਂ ਸਾਡੇ ਮਾਹੌਲ ਕੀ ਹੈ ਕਿ ਬੱਚਾ ਪਹਿਲਾਂ +2 ਕਰਦਾ ਹੈ, ਫਿਰ ਗ੍ਰੈਜੂਏਸ਼ਨ ਕਰਦਾ, BA ਕਰਦਾ ਹੈ, ਤੇ BA ਤੋਂ ਬਾਅਦ ਵੀ ਜੇ ਜਵਾਕ ਨੂੰ ਪੁੱਛ ਲਈਏ ਨਾ ਕਿਸੇ ਨੂੰ ਵੀ ਬੇਟਾ ਜੀ ਤੁਸੀਂ ਕੀ ਕਰਦੇ ਹੋ, ਉਹ ਕਹਿੰਦੇ ਜੀ ਮੈਂ ਹੁਣ ਪੋਸਟ ਗ੍ਰੈਜੂਏਸ਼ਨ ਦੀ ਤਿਆਰੀ ਕਰ ਰਿਹਾ। ਬਹੁਤ ਘੱਟ ਨੇ ਜਿਹੜੇ ਤੁਹਾਨੂੰ ਇਹ ਕਹਿਣਗੇ ਵੀ ਮੈਂ ਕੰਮ ਕਰ ਰਿਹਾ। ਉਹ ਸੰਗ ਮੰਨਦੇ। ਕਈ ਤਾਂ ਜਿਹੜੇ ਪੋਸਟ ਗ੍ਰੈਜੂਏਸ਼ਨ ਕਰ ਜਾਂਦੇ, ਉਹਨਾਂ ਨੂੰ ਪੁੱਛੀਦਾ ਵੀ ਤੁਸੀਂ ਬੇਟਾ ਕੀ ਕੰਮ ਕਰਦੇ ਹੋ, ਉਹ ਕਹਿੰਦੇ ਜੀ ਮੈਂ ਨੌਕਰੀ ਲੱਭ ਰਿਹਾ। ਤੇ ਸਾਡੇ ਮੁਲਕ 'ਚ ਨੌਕਰੀਆਂ ਦੀ ਕਮੀ ਤਾਂ ਹੈ ਹੀ ਹੈ। ਜੇ ਨੌਕਰੀਆਂ ਦੀ ਕਮੀ ਨਹੀਂ ਹੈ ਤੇ ਭਗਵੰਤ ਮਾਨ ਜੀ ਦੱਸ ਦੇਣ ਵੀ ਕਿੰਨੀਆਂ ਨੌਕਰੀਆਂ ਆਪਾਂ ਭਰਤੀ ਕਰ ਲਈਆਂ। ਆ ਸੰਗਰੂਰ 'ਚ, ਬਰਨਾਲੇ 'ਚ ਸਾਡੇ ETT ਵਾਲੇ, ਸਾਡੇ ਅਧਿਆਪਕ ਕਿੰਨੇ ਧਰਨਿਆਂ ਤੇ ਬੈਠੇ ਆ। ਤੁਸੀਂ ਦੱਸੋ ਨਾ ਜੀ, ਧਰਨਿਆਂ ਤੇ ਬੈਠੇ, ਅਪਾਇੰਟਮੈਂਟ ਲੈਟਰ ਨਹੀਂ ਮਿਲ ਰਹੇ, ਸਾਰੀ ਪ੍ਰੋਸੀਜਰ ਪਾਰ ਕਰ ਲਿਆ। ਹੁਣ ਜਿਹੜੇ 25,000 ਦੀ ਅਨਾਉਂਸਮੈਂਟ ਹੈ, ਇਹ 25,000 ਦੀ ਜਿਹੜੀ ਅਨਾਉਂਸਮੈਂਟ ਹੈ, ਇਹ 25,000 ਹਰਜੋਤ ਜੀ ਕਦੋਂ ਪੂਰੀਆਂ ਭਰੀਆਂ ਜਾਣਗੀਆਂ? ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ ਹਾਂ। ਬਿਲਕੁਲ 18 ਤਰੀਕ ਹੋ ਗਈ ਜੂਨ ਮਹੀਨੇ ਦੀ 2022 ਦੀ। ਇਹ ਦੇਖਦੇ ਆਪਾਂ 23 ਚ ਗੱਲ ਕਰਾਂਗੇ ਵੀ ਪੂਰੀਆਂ ਹੋ ਗਈਆਂ ਜੀ 25,000, ਚਲੋ, ਜਾਂ ਆਪਾਂ 25 ਚ ਗੱਲ ਕਰਾਂਗੇ ਹਰਜੋਤ ਜੀ ਵੀ ਦੇਖੋ ਜੀ 18 ਚ 22 ਚ ਨਿਕਲਿਆ ਸੀ, ਅੱਜ 25 ਆ ਗਿਆ, ਹੁਣ ਪੂਰੀਆਂ ਹੋਈਆਂ। ਤੇ ਫਿਰ ਨੌਕਰੀਆਂ ਦਾ ਵਾਅਦਾ ਤਾਂ ਲੱਖਾਂ ਦਾ ਪੰਜਾਬ ਚ ਵੀ। ਕੀ ਭਗਵੰਤ ਮਾਨ ਜੀ ਲੱਖਾਂ ਨੌਕਰੀਆਂ ਦੇ ਦੇਣਗੇ? ਨਹੀਂ ਦੇ ਸਕਣੀਆਂ, ਨਹੀਂ ਦੇ ਸਕਣੀਆਂ। ਇਸੇ ਤਰ੍ਹਾਂ ਜਿਹੜਾ ਇਹ ਵਿਸ਼ਾ ਜਿਹੜਾ ਅਗਨੀਪਥ ਯੋਜਨਾ ਦਾ, ਇਹਨੂੰ ਟ੍ਰੇਨਿੰਗ ਦੇ ਤੌਰ ਤੇ ਦੇਖਣਾ ਚਾਹੀਦਾ ਹੈ। 17.5 ਸਾਲ ਦਾ ਵਿਦਿਆਰਥੀ ਅਗਰ ਦਾਖਲਾ ਲੈਂਦਾ ਫੌਜ 'ਚ, ਉਹਨੂੰ ਤਨਖਾਹ ਵੀ ਮਿਲੂ, ਔਰ 4 ਸਾਲ ਦੀ ਨੌਕਰੀ ਬਾਅਦ ਉਹਨੂੰ 11.71 ਲੱਖ ਰੁਪਇਆ, ਕਰੀਬ 12 ਲੱਖ ਰੁਪਇਆ ਬਿਨਾਂ ਟੈਕਸ ਦਾ ਉਹਨੂੰ ਮਿਲੂਗਾ। ਔਰ ਪੰਜਾਬ ਵਾਲੇ ਤਾਂ ਬਾਪੂ ਜੀ ਦਾ ਕਰਜ਼ਾ ਲਾ ਦੇਣਗੇ ਆ ਕੇ, ਜਦੋਂ 4 ਸਾਲ ਬਾਅਦ 4 ਸਾਲ, ਮੈਂ ਕਹਿੰਦਾ ਸਾਡੇ ਪੰਜਾਬ ਦੇ ਨੌਜਵਾਨ 4 ਸਾਲ ਫੌਜ 'ਚ ਸੇਵਾ ਕਰ ਆਣ, ਇਹ ਸੋਚ ਕੇ ਵੀ 12 ਲੱਖ ਮਿਲੂਗਾ, ਮੈਂ ਕਰਜ਼ਾ ਲਾਉਂਗਾ। ਅਸੀਂ ਦੇਖੋ, ਦੇਖਣ ਦਾ ਨਜ਼ਰੀਆ ਜੀ, ਇਸ ਸਕੀਮ ਨੂੰ ਦੇਖਣ ਦਾ ਨਜ਼ਰੀਆ। ਪਰ ਮੈਨੂੰ ਇਹ ਲੱਗਦਾ ਹੈ ਕਿ ਡਿਬੇਟ ਕੀਤੀ ਜਾਵੇ, ਵਿਰੋਧੀ ਪਾਰਟੀਆਂ ਡਿਬੇਟ ਕਰਨ, ਭਗਵੰਤ ਮਾਨ ਜੀ ਡਿਬੇਟ ਕਰਨ, ਕੇਜਰੀਵਾਲ ਡਿਬੇਟ ਕਰਨ, ਰਾਹੁਲ ਗਾਂਧੀ ਵੀ ਵਿਰੋਧ ਕਰ ਰਿਹਾ, ਉਹ ਵੀ ਡਿਬੇਟ ਕਰੇ, ਰਾਹੁਲ ਗਾਂਧੀ ਵੀ, ਸਾਰੇ ਲੀਡਰ ਵਿਰੋਧ ਕਰਨ ਵਾਲੇ ਡਿਬੇਟ ਕਰਨ। ਇਸ ਕਰਕੇ ਵਿਰੋਧ ਨਾ ਹੋਵੇ ਕਿ ਨਰਿੰਦਰ ਮੋਦੀ ਜੀ ਇਹ ਸਕੀਮ ਲਿਆਏ ਜੀ, ਰੱਖਿਆ ਮੰਤਰੀ ਰਾਜਨਾਥ ਸਿੰਘ ਸਕੀਮ ਲਿਆਏ। ਸਾਡੀ ਫੌਜ ਦੀ ਸਕੀਮ ਹੈ, ਫੌਜੀ ਅਫਸਰਾਂ ਦੀ ਪਲੈਨਿੰਗ ਹੈ। ਅਸੀਂ ਆਪਣੇ ਫੌਜੀ ਅਫਸਰਾਂ ਦੀ ਪਲੈਨਿੰਗ ਦੇ ਉੱਤੇ ਇਹਦਾ ਵਿਰੋਧ ਕਰਕੇ, ਅੱਖਾਂ ਬੰਦ ਕਰਕੇ ਵਿਰੋਧ ਕਰਕੇ, ਅਸੀਂ ਆਪਣੇ ਫੌਜੀ ਅਫਸਰਾਂ ਦੀ ਕਾਬਲੀਅਤ ਤੇ ਵੀ ਸਵਾਲ ਚੱਕ ਰਹੇ ਹਾਂ। ਮੇਰਾ ਇਹ ਮੰਨਣਾ ਹੈ ਡਿਬੇਟ ਹੈਲਦੀ ਹੋਵੇ ਔਰ ਸਾੜ ਫੂਕ ਬੰਦ ਹੋਣੀ ਚਾਹੀਦੀ ਹੈ ਕਿ ਗੱਡੀਆਂ ਰੋਕਤੀਆਂ, ਗੱਡੀਆਂ ਤੋੜਤੀਆਂ, ਇਹ ਕੰਮ ਬੰਦ ਹੋਵੇ। ਹੈਲਦੀ ਡਿਬੇਟ ਹੋਵੇ, ਤੁਸੀਂ ਲਿਖ ਕੇ ਡਿਬੇਟ ਕਰੋ, ਤੁਸੀਂ ਆਰਟੀਕਲ ਲਿਖੋ, ਪੋਸਟ ਪਾਓ, ਹੈਲਦੀ ਕ੍ਰਿਟਿਸਿਜ਼ਮ ਹੋਵੇ। ਹਾਂ, ਬੇਨਤੀ ਇਹ ਹੈ ਮੋਦੀ ਸਾਹਿਬ ਦੀ ਸਰਕਾਰ ਨੂੰ, ਕਈ ਵਾਰੀ ਹੁੰਦਾ ਕੀ ਹੈ ਕਿ ਜੇ ਸਾਡਾ ਤਰੀਕਾ ਨਾ ਠੀਕ ਹੋਵੇ ਹਰਜੋਤ ਜੀ, ਚੰਗਾ ਕੰਮ ਵੀ ਮਾੜਾ ਲੱਗਣ ਲੱਗ ਜਾਂਦਾ। ਭਾਰਤ ਸਰਕਾਰ ਨੂੰ ਚਾਹੀਦਾ ਇਹ ਹੈ, ਜਿਵੇਂ ਆਰਡੀਨੈਂਸ ਲਿਆਂਦਾ 3 ਖੇਤੀ ਕਾਨੂੰਨਾਂ ਤੇ, ਉਹਨਾਂ 3 ਖੇਤੀ ਕਾਨੂੰਨਾਂ 'ਚ ਕਈ ਚੀਜ਼ਾਂ ਚੰਗੀਆਂ ਸੀ,
ਇਹ ਮੈਂ ਹਮੇਸ਼ਾ ਕਹਿੰਦਾ ਰਿਹਾ, ਮੇਰੇ ਪੁਰਾਣੇ ਪ੍ਰੋਗਰਾਮ ਕੱਢ ਲਓ, ਪਰ ਮੈਂ ਜੀ 3 ਖੇਤੀ ਬਿੱਲਾਂ ਦਾ ਵਿਰੋਧ ਕਿਉਂ ਕਰਦਾ ਰਿਹਾ ਕਿ ਤੁਸੀਂ ਲਿਆਉਣ ਦਾ ਤਰੀਕਾ ਗਲਤ ਹੈ। ਅਗਰ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਭਾਰਤ ਦੀ ਸਰਕਾਰ ਲਿਆਉਂਦੀ, ਚੰਗੀਆਂ ਚੀਜ਼ਾਂ ਤੇ ਡਿਬੇਟ ਹੋ ਜਾਣੀ ਸੀ। ਜਦੋਂ ਤੁਹਾਡਾ ਤਰੀਕਾ ਸਹੀ ਨਹੀਂ ਸੀ ਤੇ ਜਿਹੜੀਆਂ ਉਹਦੀਆਂ ਕਾਨੂੰਨ ਦੀਆਂ ਮਾੜੀਆਂ ਚੀਜ਼ਾਂ ਸੀ ਉਹਨਾਂ ਤੇ ਵਿਰੋਧ ਸ਼ੁਰੂ ਹੋ ਗਏ। ਤੁਸੀਂ ਲੱਖ ਕਹੀ ਜਾਓ ਅਸੀਂ ਸਮਝਾ ਨਹੀਂ ਸਕੇ, ਅਸੀਂ ਸਮਝਾ ਨਹੀਂ ਸਕੇ ਚੰਗੀਆਂ ਚੀਜ਼ਾਂ। ਕਿਉਂ ਨਹੀਂ ਸਮਝਾ ਸਕੇ? ਕਿਉਂ ਪ੍ਰਧਾਨ ਮੰਤਰੀ ਨੂੰ ਸੌਰੀ ਕਹਿਣੀ ਪਈ ਵੀ ਅਸੀਂ ਕਿਸਾਨों को ਸਮਝਾ ਨਹੀਂ ਸਕੇ? ਕਿਉਂਕਿ ਤਰੀਕਾ ਸਹੀ ਨਹੀਂ ਸੀ। ਆਰਡੀਨੈਂਸ ਲਿਆਉਣ ਦੀ ਕੀ ਲੋੜ ਹੈ? ਜੀ ਤੁਸੀਂ ਸਹੀ ਤਰੀਕੇ ਦੇ ਨਾਲ ਪਾਰਲੀਮੈਂਟ ਦੇ ਵਿੱਚ ਉਹਦੀ ਜ਼ਰੂਰਤ ਤੇ ਉਹਦੇ ਚੰਗੇ ਪੱਖਾਂ ਤੇ ਬਹਿਸ ਕਰੋ। ਵਕਤ ਤੋਂ ਪਹਿਲਾਂ ਡਾਕੂਮੈਂਟ ਦਿਓ। ਜਿਹੜਾ ਪਾਰਲੀਮੈਂਟ 'ਚ ਰੌਲਾ ਕੀ ਹੈ, ਵਿਧਾਨ ਸਭਾ 'ਚ ਰੌਲਾ ਕੀ ਹੈ, ਭਗਵੰਤ ਮਾਨ ਜੀ ਦਾ ਸੈਸ਼ਨ 24 ਤੋਂ ਆ ਰਿਹਾ, ਰੌਲਾ ਪਊਗਾ। ਅੱਜ ਲਿਖ ਲਓ ਹਰਜੋਤ ਜੀ, ਰੌਲਾ ਇਹ ਪਊਗਾ ਜਿਹੜਾ ਵੀ ਇਹਨਾਂ ਨੇ ਮਤਾ ਲੈ ਕੇ ਆਉਣਾ ਉਹ ਮਤੇ ਦੀ ਕਾਪੀ ਪਹਿਲਾਂ ਦੇਣੀ ਨਹੀਂ। ਜਦੋਂ ਮਤਾ ਆਉਂਦਾ ਵਿਧਾਨ ਸਭਾ ਦੇ ਟੇਬਲ ਤੇ ਉਦੋਂ ਹੀ ਪੇਪਰ ਵੰਡ ਦਿੱਤੇ ਜਾਂਦੇ ਨੇ, ਉਦੋਂ ਹੀ ਪਤਾ ਲੱਗਦਾ ਵੀ ਇਹ ਕੀ ਆ ਰਿਹਾ ਤੇ ਫਿਰ ਉੱਥੇ ਰੌਲਾ ਪੈ ਜਾਂਦਾ। ਜਿਹੜੇ ਚੰਗੇ ਪੱਖ ਹੁੰਦੇ ਨੇ ਉਹਨਾਂ ਨੂੰ ਜਿਹੜੇ ਵਿਧਾਨਕਾਰ ਨੇ ਉਹ ਇਗਨੋਰ ਕਰ ਦਿੰਦੇ ਨੇ, ਕਮੀ ਵਾਲੇ ਪੱਖ ਨੂੰ ਲੈ ਕੇ ਵਾਕਆਊਟ ਹੋ ਜਾਂਦੇ ਨੇ। ਪਾਰਲੀਮੈਂਟ 'ਚ ਵੀ ਇਹੀ ਕੁਝ ਚੱਲ ਰਿਹਾ। ਸੋ ਮੋਦੀ ਸਾਹਿਬ, ਵਕਤ ਤੋਂ ਪਹਿਲਾਂ ਜਿਹੜਾ ਤੁਸੀਂ ਖਰੜਾ ਲੈ ਕੇ ਆਉਣਾ ਹੈ ਉਹ ਦਿਓ ਵਿਧਾਨ ਪਾਰਲੀਮੈਂਟ ਦੇ ਮੈਂਬਰਾਂ ਨੂੰ। ਉਹਦੇ ਤੇ ਡਿਬੇਟ ਹੋਵੇ ਹੈਲਦੀ। ਕਿਸਾਨਾਂ ਨੂੰ ਵੀ ਦਿਓ। ਮੈਂ ਤਾਂ ਕਹਿੰਦਾ ਜਨਤਕ ਕਰ ਦੇਣਾ ਚਾਹੀਦਾ। ਜਿਵੇਂ ਕੇਜਰੀਵਾਲ ਸਾਹਿਬ ਨੇ ਕਿਹਾ ਸੀ कि राय दीजिए अपनी टेलीफोन पर कि भगवंत मान जी चेहरा होना चाहिए, कितने लोग पसंद करते हैं। बिल्कुल ऐसा ਦੀਆਂ ਚੀਜ਼ਾਂ ਕਰ ਲੈਣੀਆਂ ਚਾਹੀਦੀਆਂ ਨੇ। ਪਰ ਹੁਣ ਨਹੀਂ ਭਗਵੰਤ ਮਾਨ ਜੀ ਨੇ ਕਦੀ ਉਸ ਤਰੀਕੇ ਦਾ ਫਾਰਮੂਲਾ ਵਰਤਿਆ ਕਿ ਕੀ 300 ਯੂਨਿਟ ਲੋਕ ਮੰਗਦੇ ਨੇ ਵੀ 300 ਯੂਨਿਟ ਸਾਰਿਆਂ ਦੇ ਮਾਫ ਹੋਣ। ਕਰ ਦਿੰਦੇ ਹੈਲਪਲਾਈਨ ਨੰਬਰ ਜਾਰੀ ਕਿ ਲੋਕ ਕੀ ਕਹਿੰਦੇ ਨੇ ਵੀ 300 ਤੋਂ ਬਾਅਦ ਜਾਂ ਸਾਰੇ ਮਾਫ ਹੋਣ। ਸੋ ਇਸ ਕਰਕੇ ਜਿਹੜੇ ਸਾਡੇ ਚਾਹੇ ਪਾਰਲੀਮੈਂਟ ਦੇ ਮੈਂਬਰ ਨੇ, ਚਾਹੇ ਵਿਧਾਨ ਸਭਾ ਦੇ ਮੈਂਬਰ ਨੇ, ਹਰੇਕ ਚ ਕਿਤੇ ਨਾ ਕਿਤੇ ਕਮੀਆਂ ਹੁੰਦੀਆਂ। ਆਪਣੇ ਚ ਵੀ 100 ਕਮੀਆਂ ਨੇ। ਸੋ ਸੰਪੂਰਨਤਾ ਤਾਂ ਹੋ ਨਹੀਂ ਸਕਦੀ ਨਾ, ਸੰਪੂਰਨਤਾ ਨਹੀਂ ਹੋ ਸਕਦੀ। ਇਸ ਕਰਕੇ ਜੇ ਸੰਪੂਰਨਤਾ ਨਹੀਂ ਹੋ ਸਕਦੀ ਤੇ ਅਸੀਂ ਕਮੀਆਂ ਨੂੰ ਵੀ ਮੰਨੀਏ ਵੀ ਅਸੀਂ ਸਾਡੀ ਗੁੰਜਾਇਸ਼ ਨਹੀਂ ਹੈ। ਸਾਡੇ ਮੁਲਕ ਦੀ ਗੁੰਜਾਇਸ਼ ਦੇਖੀਏ ਕਿ ਸਾਡੇ ਮੁਲਕ ਦੀ ਗੁੰਜਾਇਸ਼ ਹੈ ਕਿ ਬਹੁਤ ਵੱਡੀਆਂ ਪੱਕੀਆਂ ਨੌਕਰੀਆਂ ਅਸੀਂ ਦੇ ਸਕੀਏ। ਅਸੀਂ ਜਿਸ ਪਾਸੇ ਕੰਮ ਕਰਨਾ ਚਾਹੀਦਾ, ਹਰਜੋਤ ਜੀ ਮੈਂ ਅੱਗੇ ਵੀ ਕਹਿਣਾ, ਮੈਂ ਅਗਨੀਪਾਤੀ ਯੋਜਨਾ ਦੇ ਹੱਕ 'ਚ ਹਾਂ। ਕੰਮ ਕਿਸ ਪਾਸੇ ਹੋਣਾ ਚਾਹੀਦਾ? ਮੋਦੀ ਸਾਹਿਬ, ਚਾਈਨਾ ਨੇ ਆਪਣਾ ਸੋਸ਼ਲ ਮੀਡੀਆ ਬਣਾ ਲਿਆ। ਅਸੀਂ ਅੱਜ ਤੱਕ ਅਮਰੀਕਾ ਵਾਲਾ ਵਰਤਦੇ ਹਾਂ, ਗੂਗਲ। ਚਾਈਨਾ ਨੇ ਸਭ ਕੁਝ ਆਪਣਾ ਬਣਾ ਲਿਆ। ਸਾਡੇ ਮੁਲਕ 'ਚ ਅਸੀਂ ਚਾਈਨਾ ਦੀਆਂ ਕੁਝ ਐਪਲੀਕੇਸ਼ਨਾਂ ਬੰਦ ਕਰਕੇ ਬੜੇ ਖੁਸ਼ ਹੋਏ, ਪਰ ਉਹਦਾ ਸਾਨੂੰ ਫਾਇਦਾ ਮਿਲਿਆ। ਜੇ ਟਿਕਟੌਕ ਬੰਦ ਹੋਈ ਸੀ ਤੇ ਉਹਦੇ ਵਰਗੀਆਂ ਕਿੰਨੀਆਂ ਸਾਡੀਆਂ ਇੰਡੀਅਨ ਐਪਲੀਕੇਸ਼ਨਾਂ ਆਈਆਂ। ਸੋ ਇਸ ਕਰਕੇ ਇਨਵੈਸਟ ਇਸ ਪਾਸੇ ਕਰੀਏ ਕਿ ਅਸੀਂ ਸੋਸ਼ਲ ਮੀਡੀਆ ਆਪਣਾ ਬਣਾਈਏ। ਜਿਹੜਾ ਹਜ਼ਾਰਾਂ ਲੱਖਾਂ ਕਰੋੜ ਦਾ ਬਿਜ਼ਨਸ ਦੂਜੇ ਮੁਲਕਾਂ 'ਚ ਜਾ ਰਿਹਾ, ਉਹ ਸਾਡੇ ਮੁਲਕ 'ਚ ਉਸ ਪਾਸੇ ਸੋਚਣਾ ਚਾਹੀਦਾ। ਔਰ ਇਸ ਮਸਲੇ ਤੇ ਵਿਰੋਧ ਹੋਵੇ, ਸਾਰਥਕ ਵਿਰੋਧ ਹੋਵੇ, ਢਾਹ ਭਾਨਾ ਜਿਹੜੀ ਤੋੜ ਭਾਨੇ ਦੇ ਤੋਂ ਬਚਣਾ ਚਾਹੀਦਾ। ਇਹਦਾ ਮੈਂ ਹਾਮੀ ਨਹੀਂ ਹੈਗਾ ਹਰਜੋਤ ਜੀ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਜਿਵੇਂ ਬਾਰ-ਬਾਰ ਗੱਲ ਆਉਂਦੀ ਹੈ ਕਿ ਅਗਨੀਪਥ ਯੋਜਨਾ ਵਿੱਚ 17 ਤੋਂ 21 ਤੇ ਹੁਣ ਤਾਂ 23 ਸਾਲ ਦੀ ਉਮਰ ਕਰ ਦਿੱਤੀ ਗਈ ਹੈ। ਇਸ ਸਾਲ ਦੀ ਉਮਰ ਤੱਕ ਆਪਾਂ 30 ਸਾਲ ਤੱਕ ਵੀ ਕਹਿ ਦਈਏ ਕਿੰਨਾ ਸਾਡਾ ਨੌਜਵਾਨ ਬੇਰੁਜ਼ਗਾਰ ਹੀ ਬੈਠਾ ਰਹਿੰਦਾ। ਤੇ ਜੇ ਕਿਤੇ ਕੋਈ ਬਣਦਾ ਹੈ ਵਸੀਲਾ ਕੇ ਰੁਜ਼ਗਾਰ ਮਿਲ ਰਿਹਾ ਤਾਂ ਉਸਨੂੰ ਵੀ ਪੋਜ਼ਿਟਿਵਲੀ ਅਸੈਪਟ ਕਰਨਾ ਚਾਹੀਦਾ। ਜ਼ਰੂਰ ਵਾਕਈ ਇਹ ਗੱਲ ਹੈ ਕਿ ਬੇਰੁਜ਼ਗਾਰ ਬੈਠਣ ਨਾਲੋਂ ਅਖੀਰ ਕੋਈ ਤਾਂ ਮੌਕਾ ਮਿਲ ਰਿਹਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਲਈ। ਤੇ ਵਾਕਈ ਸੋ ਬਹੁਤ ਵਧੀਆ ਤਰੀਕੇ ਨਾਲ ਡੱਲਾ ਜੀ ਤੁਸੀਂ ਸਾਰੀਆਂ ਖਬਰਾਂ ਦੇ ਉੱਪਰ ਚਰਚਾ ਕੀਤੀ ਹੈ, ਦਰਸ਼ਕਾਂ ਦੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਤੇ ਦਰਸ਼ਕਾਂ ਤੋਂ ਵੀ ਅਸੀਂ ਹਮੇਸ਼ਾ ਹੀ ਉਮੀਦ ਕਰਦੇ ਹਾਂ ਜਿਵੇਂ ਤੁਸੀਂ ਆਪਣੇ ਸੁਝਾਅ ਸਾਡੇ ਤੱਕ ਪਹੁੰਚਾਉਂਦੇ ਰਹਿੰਦੇ ਹੋ ਕਮੈਂਟਸ ਦੇ ਜ਼ਰੀਏ, ਉਵੇਂ ਹੀ ਖਬਰਾਂ ਨੂੰ ਲੈ ਕੇ ਆਪਣੇ ਸੁਝਾਅ, ਆਪਣੇ ਜੋ ਤੁਹਾਡੇ ਵਿਚਾਰ ਨੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਰਿਹਾ ਕਰੋ। ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹ ਸਾਰੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ। ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ। ਔਰ ਜ਼ਰੂਰ ਕੋਈ ਵੀ, ਕਿਉਂਕਿ ਹਰ ਕਿਸੇ ਦੇ ਵਿਚਾਰਾਂ ਨਾਲ ਸਾਰੇ ਸਹਿਮਤ ਨਹੀਂ ਹੋ ਸਕਦੇ। ਸੋ ਸਹਿਮਤੀ ਵੀ ਸਾਡੀ ਡੈਮੋਕ੍ਰੇਸੀ ਦੀ ਸ਼ਾਨ ਹੈ। ਸੋ ਜਿਹੜੇ ਲੋਕ ਨਹੀਂ ਸਹਿਮਤ ਉਹਨਾਂ ਦੇ ਵੀ ਵਿਚਾਰਾਂ ਦਾ ਸਤਿਕਾਰ ਹੈ, ਕਿਉਂਕਿ ਨਜ਼ਰੀਏ ਜਿਹੜੇ ਨੇ ਜਾਂ ਅਸੀਂ ਕਹਿ ਲਈਏ ਇਹਨਾਂ ਦੇ ਜਿਹੜੇ ਪੱਖ ਨੇ ਉਹ ਕਈ ਨੇ। ਸੋ ਇਸ ਕਰਕੇ ਹੈਲਦੀ ਡਿਬੇਟ ਹੋਵੇ, ਉਹਦੇ 'ਚ ਕੋਈ ਇਤਰਾਜ਼ ਨਹੀਂ। ਤੋੜ ਭੰਨ ਤੋਂ ਬਚਿਆ ਜਾਵੇ। ਇਸ ਤਰੀਕੇ ਦੇ ਵਿਰੋਧ ਤੋਂ ਸਾਨੂੰ ਦੂਰੀ ਬਣਾਉਣੀ ਚਾਹੀਦੀ ਹੈ। ਬਹੁਤ ਧੰਨਵਾਦ ਜੀ। ਸਾਰੇ ਪੱਖਾਂ ਦਾ ਸਵਾਗਤ ਹੈ। ਧੰਨਵਾਦ।